ਦਾਤਾ ਕਾਦਰ ਪੀਂਦੇ ਜੀ ਅਰਜ ਸੰਭਾਹੇ। ਸਾਈ ਕਰ ਕਮਾਵਣੀ ਤੁਰ ਛੋਟੀ ਤਿੰਨੇ ਪਾਏ। ਨਾਨਕੇ ਕੀ ਬਾਹਰੀ ਹੋਰ ਦੂਜੀ ਨਹੀਂ ਜਾਏ। ਸੋ ਕਰੇ ਜਿਤ ਸਰ ਜਾਏ, ਸੋ ਕਰੇ ਜਿਤ ਸਰ ਜਾਏ ਸੁਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ। ਕਰ ਨਾਨਕ ਆਵੇ ਤਾਏ, ਸਭ ਥਾਈ ਹੋਏ ਸਹਾਏ। ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ। ਵਾਹਿਗੁਰੂ ਜੀ। ਰਾਮ ਕਲੀ ਮਹਲਾ ਤੀਜਾ। ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜਿਆ ਵਧਾਈ। ਰਾਵ ਤਨ ਪਰਵਾਰ ਪਰੀਆਂ ਸ਼ਬਦ ਗਾਵਣਿਆ। ਦੋਤਾ ਗਾਵੋ ਹਰਿ ਕੇਰਾ ਮਨ ਚ ਨੀ ਵਸਾਇਆ। ਮੈਂ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲ, ਹਰ ਨਾਲ ਰੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭ ਨਾਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰ। ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਕਰਤਾ ਤੇਰਾ ਸਭ ਕੁਛ ਹੈ ਜਿਸ ਤੇ ਸੋ ਪਾਵੇ। ਸਦਾ ਸਿਫਤ ਲਾ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਚੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰ, ਸਚ ਨਾਮ ਆਧਾਰ ਮੇਰਾ। ਜਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈ, ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀ ਆਏ ਵਡਿਆਈ। ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਬਾਜੇ ਪੰਚ ਸਬਦ ਘਰ ਸੁਭਾਗੇ। ਘਰ ਸੁਭਾਗੇ ਸਗਲ ਬਾਜੇ ਕਲਾ ਉਚਿਤ ਕਰਤਾਰਿਆ। ਪੰਚ ਦੋਤ ਦਵਾਸੇ ਕੀਤੇ ਕਾਲ ਕੰਟਕ ਮਾਰਿਆ। ਕਰਮ ਪਾਇਆ ਤਦ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਆ ਤਿਤ ਕਰੇ ਅਨਹਦ ਬਾਜ। ਹੰਸ ਨੋ ਵਟ ਭਾਗਿਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਧ ਪਏ ਸਰਸੇ ਪੂਰੇ ਗੁਰ ਤੇ ਜਾਣ। ਤੁਰਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਨਾਨਕ ਗੁਰ ਚਰਨ ਲਾਗੇ ਵਾਜੇ ਅਨੰਦ ਤੁਰੇ ਸਲੋਕ। ਪਵਨ ਗੁਰੂ ਬਾਣੀ ਪਿਤਾ ਮਾਤਾ ਧਰਤ ਮਹਤ। ਦਿਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ। ਚੰਗਿਆਈਆਂ ਬੁਰਾਈਆਂ ਵਾਚੇ ਧਰਮ ਦੂਰ। ਆਪਣੇ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਕੇ ਮੁਖ ਉਜਲ ਕੀਤੀ ਛੁਟੀ ਨਾਲ। ਜਿਨੀ ਨਾਮ ਤੇ ਆਇਆ ਗਈ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ। ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ। ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤੋਜ ਕਹੀਜੈ।
ਕੋਟ ਇੰਦਰ ਇੰਦਰਾਨ ਸ਼ਾਹੇ ਸ਼ਾਹਾਨ ਗਨਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਨ ਕਹਿਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਤਵ ਸਰਬ ਨਾਮ ਕਥਾ ਕਵਨ ਕਰਮ ਨਾਮ ਬਰਨਤ ਸੁਮਤ ਜਿਉ ਪਾਵੈ ਤਿਉ ਰਾਖ ਲੈ ਹਮ ਸ਼ਰਨ ਪ੍ਰਭ ਆਏ RAM ਰਾਜੇ ਹਮ ਭੂਲ ਵਗਾੜੈ ਦਿਨਸ ਰਾਤ ਹਰ ਲਾਜ ਰਖਾਏ ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕਾਂਡਿਆ ਹਰ ਪੈਜ ਰਖਾਏ ਹਰ ਜੂ ਰਾਖ ਲਿਹੋ ਪਤ ਮੇਰੀ ਜਮ ਕੋ ਤਰਾਸ ਭਇਓ ਉਰ ਅੰਤਰ ਸ਼ਰਨ ਗਹੀ ਕਿਰਪਾ ਨਿਧ ਤੇਰੀ ਹਮ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਇ ਮਾਇਆ ਮੋਹ ਪਰਮ ਪੈ ਭੂਲੇ ਸੁਤ ਦਾਰਾ ਸਿਓ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤਹ ਮਿਲੰਤ ਜਮ ਤਰਾਸ ਮਟ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਸੁਖ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮੰਦੀ ਨੂਰ ਅਰਸੋਂ ਕੁਰਸੋਂ ਝਟੀਐ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਦੂਜਾ ਅਸ਼ਟਪਦੀਆ ਇਕ ਓੰਕਾਰ ਸਤ ਗੁਰ ਪ੍ਰਸਾਦ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਪੁਅੰਗਮ ਸਾਧੇ ਪੰਚ ਜਨਾ ਸਿਉ ਸੰਗ ਨਾ ਛੁਟਕਿਓ ਆਦਿਕ ਅਹੰਗ ਬੁੱਧ ਬਾਧੇ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਪੁਅੰਗਮ ਸਾਧੇ ਪੰਚ ਜਨਾ ਸਿਉ ਸੰਗ ਨਾ ਛੁਟਕਿਓ ਆਦਿਕ ਅਹੰਗ ਬੁੱਧ ਬਾਧੇ ਪਿਆਰੇ ਇਨ ਬਿਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ
ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਬਿਬੇਕਾ ਰਹਾਉ। ਮੋਨ ਪਾਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ। ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਿਧਾ ਛੁਟਕੈ ਨਾਹੀ। ਮਨ ਕਾਮਨਾ ਤੀਰਥ ਜਾਏ ਵਸਿਓ, ਸਿਰ ਕਰ ਵਤ ਤਾਰਾਈ। ਮਨ ਕੀ ਮੈਲ ਨ ਉਤਰੈ ਇਹ ਬਿਧਾ, ਜੇ ਲਖ ਯਤਨ ਕਰਾਈ। ਕਨਕ ਕਾਮਨੀ ਹੈ ਵਰਗੈ ਵਰਾ, ਬਹੁ ਬਿਧ ਦਾਨ ਦਾਤਾਰਾ। ਅੰਨ ਬਸਤਰ ਭੂਮ ਬਹੁ ਪੇ, ਨਹਿ ਮਿਲੀਐ ਹਰ ਦੁਆਰਾ। ਪੂਜਾ ਅਰਚਾ ਬੰਧਨ ਡੰਡਾਉਤਾ, ਖਟ ਕਰਮਾ ਰਤ ਰਹਤਾ। ਹਾਂ ਹਾਂ ਕਰਤ ਬੰਧਨ ਮਹਿ ਪਰਿਆ, ਨਹਿ ਮਿਲੀਐ ਇਹ ਜੁਗਤਾ। ਜੋਗ ਸਿੱਧ ਆਸਣ 84, ਏ ਭੇ ਕਰ ਕਰ ਰਹਿਆ। ਵੱਡੀ ਆਰਜਾ ਫਿਰ ਫਿਰ ਜਨਮੈ, ਹਰ ਸਿਉ ਸੰਗ ਨ ਗਹਿਆ। ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ। ਸੇਜ ਸੋਹਣੀ ਚੰਦਨ ਚੋਆ, ਨਰਕ ਘੋਰ ਕਾ ਦੁਆਰਾ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੈ ਕਰਮਾ। ਕਹੋ ਨਾਨਕ ਤਿਸ ਭਇਓ ਪਰਾਪਤ, ਜਿਸ ਪੁਰਬ ਲਿਖੇ ਕਾ ਲਹਨਾ। ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ। ਹਰ ਹਰ ਕੀਰਤਨ ਇਹੋ ਮਨ ਰਾਤਾ। ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ। ਹਰ ਹਰ ਕੀਰਤਨ ਇਹੋ ਮਨ ਰਾਤਾ। ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਵਾਲੀਏ ਕੁਲ ਆਲਮ, ਰਾਜਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ, ਉਪਮਾ ਮਹਾਨ। ਸਾਹਿਬ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਾਹਿਬ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ जी महाराज। महाराजियों के पावन पवित्र मुबारक स्थाना ते भावना अदब अकीदत नाल नमस्कार करके जन्म सफला रहे सतसंगी जनों, गुरुदेव महाराज सच्चे पातशाह जियों की पावन पवित्र हजूरी अंदर रब्बी पावन पवित्र बाणी आसा की वार दे शब्द कीर्तन सरवण कीते हन। अमृत वेले आए हुए पावन श्री मुखवाक जी का पाठ सरवण कीता है।
ਸ਼ਹੀਦਾਂ ਦੇ ਸਰਤਾਜ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਤਿਨਾਂ ਦੀ ਪਾਵਨ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਅੱਜ ਦੇ ਪਾਵਨ ਪਵਿੱਤਰ ਸ਼੍ਰੀ ਮੁਖ ਵਾਕ 641 642 ਪਾਵਨ ਅੰਗ ਉੱਪਰ ਇਹ ਬਚਨ ਸੁਸ਼ੋਭਤ ਹਨ। ਸਾਧ ਸੰਗਤ ਜੀਓ, ਸ਼ਬਦ ਦੇ ਅੰਦਰ ਦੋ ਰਹਾਉ ਦੇ ਬੰਦ ਹਨ। ਦੋ ਰਹਾਉ ਹਨ। ਪਹਿਲੇ ਰਹਾਉ ਵਿੱਚ ਸਤਿਗੁਰੂ ਜੀ ਨੇ ਪ੍ਰਸ਼ਨ ਕੀਤਾ ਹੈ, ਇਉਂ ਕਹਿ ਲਈਏ ਕਿਸੇ ਜਗਿਆਸੂ ਜਨ ਦਾ ਪ੍ਰਸ਼ਨ ਹੈ, ਪਿਆਰੇ ਇਨ ਬਿਦ ਮਿਲਨ ਨਾ ਜਾਈ। ਦੂਸਰੇ ਰਹਾਉ ਵਿੱਚ ਸਤਿਗੁਰੂ ਮਹਾਰਾਜ ਜੀ ਫਿਰ ਉਹਦਾ ਉੱਤਰ ਦਿੰਦੇ ਹਨ ਬਈ ਜੇ ਇਨ ਬਿਦ ਮਿਲਨ ਨਾ ਜਾਈ, ਇਸ ਤਰੀਕੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ, ਫਿਰ ਭਾਈ ਕਿਸ ਤਰੀਕੇ ਨਾਲ ਪ੍ਰਾਪਤੀ ਹੈ? ਮਹਾਰਾਜ ਕਿਰਪਾ ਕਰੋ, ਸਤਿਗੁਰੂ ਜੀ ਰਹਿਮਤ ਕਰਕੇ ਤੁਸੀਂ ਸਾਨੂੰ ਉਹ ਚਾਨਣਾ ਪਾ ਦਿਓ। ਸਾਧ ਸੰਗਤ ਜੀਓ, ਗੁਰੂ ਨਾਨਕ ਦੇਵ ਮਹਾਰਾਜ ਜੀ ਚੱਲਦਿਆਂ ਹੋਇਆਂ ਵਿਚਰਦਿਆਂ ਹੋਇਆਂ ਜਿੱਥੇ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਕੋਈ ਪਾਖੰਡ ਹੁੰਦਾ ਵੇਖਿਆ, ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਘਰ ਨੇ ਉੱਥੇ ਚੋਟ ਕੀਤੀ ਹੈ। ਸਤਿਗੁਰੂ ਜੀ ਭਾਵੇਂ ਸਨਾਤਨ ਮਤ ਦੇ ਅਸਥਾਨਾਂ ਤੇ ਗਏ, ਭਾਵੇਂ ਮਹਾਰਾਜ ਜੀ ਸੁਮੇਰ ਪਰਬਤ ਤੇ ਗਏ, ਉੱਥੇ ਜੋ ਵੀ ਮਹਾਰਾਜ ਜੀਆਂ ਨੇ ਤੱਕਿਆ ਵਾਪਰਦਾ ਹੋਇਆ ਪਾਖੰਡ, ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਉਹਨਾਂ ਨੂੰ ਅਵਸ਼ ਉੱਥੇ ਚੋਟ ਕੀਤੀ। ਭਾਵੇਂ ਕਿ ਸਤਿਗੁਰੂ ਜੀ ਅਰਬ ਕੰਟਰੀ ਵਿੱਚ ਵੀ ਗਏ, ਭਾਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਇਸਲਾਮ ਜਿਹੜੇ ਮੁਬਾਰਕ ਉਹਨਾਂ ਦੇ ਅਸਥਾਨ ਹਨ, ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਭਾਵੇਂ ਉੱਥੋਂ ਦੀ ਵੀ ਯਾਤਰਾ ਕੀਤੀ। ਵਾਪਰਦਾ ਹੋਇਆ ਵੇਖ ਕੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਭਾਈ ਉੱਥੇ ਵੀ ਸੇਧ ਦਿੱਤੀ। ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਇੱਕ ਪਾਵਨ ਸ਼ਲੋਕ ਮਾਝ ਕੀ ਵਾਰ ਦੇ ਅੰਦਰ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਜਦੋਂ ਜੈਨੀ ਮਤ ਵਾਲਿਆਂ ਨੂੰ ਤੱਕਿਆ, ਭਾਵੇਂ ਕਿ ਅੱਜ ਉਹਨਾਂ ਦੀ ਗਿਣਤੀ ਬਹੁਤਾਤ ਵਿੱਚ ਘੱਟ ਹੈ ਹੋਵੇਗੀ, ਪਰੰਤੂ ਉਹਨਾਂ ਦੀ ਆਪਣੀ ਕੋਈ ਪਹਿਚਾਨ ਨਾ ਹੋਣ ਕਾਰਨ ਉਹ ਦਿਖਾਈ ਬਹੁਤ ਘੱਟ ਦਿੰਦੇ ਹਨ। ਇੱਧਰ ਜੋ ਪਾਰਸੀ ਲੋਕ ਹਨ ਗੁਜਰਾਤ ਸਾਈਡ ਤੇ, ਇੱਧਰ ਪਾਰਸੀਆਂ ਦੀ ਗਿਣਤੀ ਬਹੁਤਾਤ ਵਿੱਚ ਹੈ। ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਸਾਹਮਣਾ ਜੈਨੀ ਲੋਕਾਂ ਨਾਲ ਹੋਇਆ। ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਸ਼ਬਦ ਉਚਾਰਨ ਕੀਤਾ, ਸਿਰ ਖੁਹਾਏ ਪੀਐ ਮਲਵਾਣੀ, ਝੂਠਾ ਮੰਗ ਮੰਗ ਖਾਹੀ, ਫੂਲ ਫਦੀਹਤ ਮੋਹ ਲੈਣ ਪੜਾਸਾ ਪਾਣੀ, ਦੇਖ ਸਗਾਹੀ, ਭੇਡਾ ਵਾਗੀ ਸਿਰ ਖੁਹਾਇਨ, ਭਰੀਨ ਹੱਥ ਸੁਆਈ, ਮਾਊ ਪੀਊ ਕਿਰਤ ਗਵਾਇਨ, ਟੱਬਰ ਰੋਵਣ ਤਾਹੀ। ਮਹਾਰਾਜ ਜੀਆਂ ਨੇ ਜਿਹੜੀ ਉਹਨਾਂ ਦੇ ਵਾਪਰਦਾ ਪਿਆ ਸੀ, ਮਹਾਰਾਜ ਕਹਿੰਦੇ ਇਹ ਤਾਂ ਆਪਣਾ ਘਰ ਛੱਡ ਕੇ ਭੇਡਾ ਵਾਗੀ ਸਿਰ ਖੁਹਾਇਨ, ਕਹਿੰਦੇ ਕਈ ਦਿਨ ਤਾਂ ਨਹਾਉਂਦੇ ਧੋਂਦੇ ਨਹੀਂ ਹਨ। ਇਸ ਕਰਕੇ ਨਹਾਉਂਦੇ ਧੋਂਦੇ ਨਹੀਂ ਵੀ ਪਾਣੀ ਦੇ ਅੰਦਰ ਜੀ ਨੇ, ਕਿਤੇ ਜੀ ਹੱਤਿਆ ਨਾ ਸਾਡੇ ਕੋਲੋਂ ਹੋ ਜਾਏ। ਮਹਾਰਾਜ ਜੀ ਕਹਿੰਦੇ ਬੜਾ ਉਹਨਾਂ ਦਾ ਕੁਚੀਲ ਜਿਹਾ, ਬੜਾ ਹੀ ਮਾੜਾ ਜਿਹਾ ਜੀਵਨ ਉਹ ਬਸ਼ਰ ਕਰਦੇ ਹਨ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਜਿੱਥੇ ਵੀ ਭਾਵੇਂ ਕੋਈ ਵੀ ਅਜਿਹਾ ਕਾਰਜ ਹੁੰਦਾ ਸੀ, ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਘਰ ਨੇ ਸਾਧ ਸੰਗਤ ਜੀਓ ਉੱਥੇ ਵਰਜਿਆ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਉਸ ਥਾਂ ਚੋਟ ਕੀਤੀ ਹੈ। ਭਾਵੇਂ ਉਹ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਮੁਬਾਰਕ ਜੀਵਨ ਵਿੱਚੋਂ ਹੋਵੇ, ਭਾਵੇਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਮੁਬਾਰਕ ਜੀਵਨ ਦੇ ਵਿੱਚੋਂ ਹੋਵੇ, ਜਿੱਥੇ ਵੀ ਕੋਈ ਅਜਿਹਾ ਪਿਆ ਵਾਪਰਦਾ ਸੀ, ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਘਰ ਨੇ ਰੋਕਿਆ। ਸਤਿਕਾਰਯੋਗ ਬਾਬਾ ਕਬੀਰ ਸਾਹਿਬ ਜੀ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਘਰ ਦੇ ਅੰਦਰ ਜਿਹੜੇ ਸਤਿਕਾਰਯੋਗ ਭਗਤ ਸਾਹਿਬਾਨ ਸਨ, ਜਦੋਂ ਉਹਨਾਂ ਨੇ ਵੀ ਤੱਕ ਲਿਆ, ਵੇਖ ਲਿਆ, ਫਿਰ ਉਹਨਾਂ ਨੇ ਵੀ ਸ਼ਬਦ ਉਚਾਰਨ ਕੀਤਾ, ਨਗਨ ਫਿਰਤ ਜੋ ਪਾਈਐ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ,
ਕਿਆ ਨਾਂਗੇ ਕਿਆ ਬਾਂਧੇ ਚਾਮ, ਜਬ ਨਹੀਂ ਚੀਨਸ ਆਤਮ ਰਾਮ। ਮੂੰਡ ਮੁਡਾਏ ਜੋ ਸਿਧ ਪਾਈ, ਮੁਕਤੀ ਭੇਡ ਨਾ ਗਈਆ ਕਾਈ। ਬਾਬਾ ਕਬੀਰ ਸਾਹਿਬ ਜੀ ਲੋਕੋ ਆ ਜਿਹੜੇ ਕਹਿ ਰਹੇ ਹਨ ਕਿ ਨੰਗੇ ਪਿੰਡਾ ਜੇ ਅਸੀਂ ਰੱਖ ਲਵਾਂਗੇ, ਨੰਗਾ ਪਿੰਡਾ ਰੱਖਣ ਦੇ ਨਾਲ ਅਸੀਂ ਸੰਸਾਰ ਤੋਂ ਤਰ ਜਾਵਾਂਗੇ। ਬਾਬਾ ਕਬੀਰ ਸਾਹਿਬ ਜੀ ਲੱਗੇ ਕਹਿਣ, ਮੈਨੂੰ ਦੱਸੋ ਨਗਨ ਫਿਰਤ ਜੋ ਪਾਈਐ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ। ਜੰਗਲਾਂ ਦੇ ਅੰਦਰ ਜਿਹੜੇ ਜਾਨਵਰ ਨੇ, ਦੱਸੋ ਉਹਨਾਂ ਕਿਹੜਾ ਕੱਪੜੇ ਆਪਣੇ ਤਨ ਦੇ ਉੱਪਰ ਪਹਿਰੇ ਹੋਏ ਨੇ, ਉਹ ਵੀ ਸਾਰੇ ਭਵਸਾਗਰ ਤੋਂ ਪਾਰ ਹੋ ਜਾਣਗੇ। ਬਨ ਕਾ ਮਿਰਗ ਮੁਕਤ ਸਭ ਹੋਗ, ਕਿਆ ਨਾਂਗੇ ਕਿਆ ਬਾਧੇ ਚਾਮ, ਜਬ ਨਹੀਂ ਚੀਨਸ ਆਤਮ ਰਾਮ। ਮੂੰਡ ਮਡਾਏ ਜੋ ਸਿਧ ਪਾਈ, ਮੁਕਤੀ ਭੇਡ ਨਾ ਗਈਆ ਕਾਈ। ਬਿੰਦ ਰਾਖ ਜੋ ਤਰੀਆ ਪਾਈ, ਖੁਸਰੈ ਕਿਉ ਨਾ ਪਰਮਗਤ ਪਾਈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜੀਆਂ ਦੇ ਘਰ ਨੇ, ਵਾਪਰ ਰਹੇ ਪਾਖੰਡ ਦੇ ਉੱਪਰ ਗੁਰੂ ਨਾਨਕ ਦੇਵ ਮਹਾਰਾਜੀਆਂ ਦੇ ਘਰ ਨੇ। ਸਾਧ ਸੰਗਤ ਜੀਓ ਜ਼ਰੂਰ ਉਸ ਥਾਂ ਰੋਕ ਕੇ ਉਹਨਾਂ ਨੂੰ ਵਰਜਿਆ ਹੈ। ਸਾਧ ਸੰਗਤ ਜੀ, ਜੋ ਅੱਜ ਦਾ ਪਾਵਨ ਪਵਿੱਤਰ ਸ਼ਬਦ ਹੈ ਮਹਾਰਾਜ ਜੀ ਦਾ, ਇਹ ਵੀ ਇਸੇ ਪ੍ਰਕਰਨ ਤੇ ਹੈ। ਵਾਪਰ ਰਹੇ ਪਾਖੰਡ ਨੂੰ ਮਹਾਰਾਜ ਜੀਆਂ ਨੇ ਰੋਕਿਆ, ਭਾਵੇਂ ਉਹ ਅਨਮਤ ਵਿੱਚ ਹੋਵੇ ਤੇ ਭਾਵੇਂ ਉਹ ਆਪਣੇ ਵਿੱਚ ਵੀ ਵਾਪਰ ਜਾਏ। ਮਹਾਰਾਜ ਜੀ ਉਸ ਥਾਂ ਰੋਕਦੇ ਹਨ, ਵਰਜਦੇ ਹਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਘਰ। ਸੋ ਆਓ ਸਾਧ ਸੰਗਤ ਜੀ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਉਸ ਵਕਤ ਵਾਪਰ ਰਹੇ ਪਾਖੰਡ ਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿਸ ਪ੍ਰਕਾਰ ਦੇ ਨਾਲ ਰੋਕਦੇ ਹਨ। ਆਓ ਪਾਵਨ ਪਵਿੱਤਰ ਸ਼ਬਦਾਂ ਦੇ ਵਿੱਚੋਂ ਦਰਸ਼ਨ ਕਰੀਏ ਔਰ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਤੋਂ ਪਾਵਨ ਪਵਿੱਤਰ ਸ਼ਬਦ ਤੋਂ ਸੇਧ ਲਈਏ। ਕਰੋ ਮਨ ਬਿਰਤੀਆਂ ਨੂੰ ਇਕਾਗਰ, ਕੋਈ ਭੇਰਸ ਨਾ ਵਾਂਝੀ ਨਾ ਰਹੇ। ਪਾਵਨ ਮੁਬਾਰਕ ਸ਼ਬਦ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਸੁਰਤੀਆਂ ਬਿਰਤੀਆਂ ਇਕਾਗਰ ਕਰਕੇ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਘਰ ਦੂਜਾ ਅਸ਼ਟਪਦੀਆ। ਇਕ ਓੰਕਾਰ ਸਤਿਗੁਰ ਪ੍ਰਸਾਦ। ਰਹਿਮਤ ਕੀਤੀ ਮਾਲਕ ਜੀ ਨੇ ਰਾਗ ਸੋਰਠ ਅੰਦਰ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਘਰ ਦੂਸਰੇ ਦੇ ਅੰਦਰ ਸੁਰ ਤਾਲ ਵਿੱਚ ਗਾਉਣ ਦੀ ਤਾਕੀਦ ਕਰਦੇ ਹਨ। ਜੋ ਪਾਵਨ ਸ਼ਬਦ ਦਾ ਆਕਾਰ ਹੈ ਉਹ ਅਸ਼ਟਪਦੀਆਂ ਹੈ। 8 ਪਦਿਆਂ ਦੇ ਪਾਵਨ ਪਵਿੱਤਰ ਸ਼ਬਦ ਹਨ। ਇੱਕ ਓੰਕਾਰ ਪਰਿਪੂਰਨ ਪਰਮਾਤਮਾ ਇੱਕ ਹੈ, ਸਾਰੇ ਪਾਸੇ ਉਹਦਾ ਪਸਾਰਾ, ਲਗਾਤਾਰ ਇੱਕ ਰਸ ਉਹਦੀ ਹੋਂਦ ਹੈ। ਸਤਿਗੁਰ ਪ੍ਰਸਾਦ ਕਹੀਏ ਉਹ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਦਾ ਵਸੀਲਾ ਗੁਰੂ ਦੀ ਕਿਰਪਾ, ਗੁਰੂ ਦੀ ਰਹਿਮਤ ਹੈ। ਪਾਠ ਪੜਿਓ ਅਰ ਵੇਦ ਵਿਚਾਰਿਓ, ਨੇਵਲ ਪੁਅੰਗਮ ਸਾਧੇ। ਜੀਵ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਾਠ ਪੜਿਓ ਅਰ ਵੇਦ ਵਿਚਾਰਿਓ, ਵੇਦਾਂ ਦੀ ਵਿਚਾਰ ਵੀ ਕਰ ਲਈ, ਸਿਮਰਤੀਆਂ ਦਾ ਪਾਠ ਵੀ ਕਰ ਲਿਆ। ਪਾਠ ਪੜਿਓ ਅਰ ਵੇਦ ਵਿਚਾਰਿਓ, ਅੱਗੇ ਨਿਵਲ ਇੱਕ ਖਾਸ ਆਸਣ ਕਰਕੇ ਸਨਾਤਨ ਮਤ ਦੇ ਅੰਦਰ, ਯੋਗ ਮਤ ਦੇ ਅੰਦਰ ਦੋਵੇਂ ਹੱਥ ਗੋਡਿਆਂ ਦੇ ਉੱਪਰ ਰੱਖ ਕੇ ਆਪਣੇ ਪੇਟ ਦੀਆਂ ਆਂਦਰਾਂ ਨੂੰ ਚੰਗੀ ਤਰ੍ਹਾਂ ਘੁਮਾ ਕੇ ਉਹਨਾਂ ਨੂੰ ਸਾਫ਼ ਕਰਨਾ, ਇਹਨੂੰ ਕਹਿੰਦੇ ਨੇ ਨਿਉਲੀ ਆਸਣ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਪਾਵਨ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਵੀ ਜ਼ਿਕਰ ਕੀਤਾ। ਮਹਾਰਾਜ ਕਹਿੰਦੇ ਭਾਈ ਜਾਪ ਤਾਪ ਗਿਆਨ ਸਭ ਧਿਆਨ ਵਾਲੀ ਸਾਰੀ ਅਸ਼ਟਪਦੀ ਵਿੱਚ ਸਤਿਗੁਰੂ ਜੀ ਇਸ ਪਾਜ ਦਾ, ਗੁਰੂ ਅਰਜਨ ਦੇਵ ਮਹਾਰਾਜ ਜੀ ਇਹਦਾ ਜ਼ਿਕਰ ਕਰਦੇ ਹਨ। ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਖਿਆਨ,
ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ। ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ। ਨਿਮਖ ਨਿਮਖ ਕਰ ਸਰੀਰ ਕਟਾਵੈ ਤੋ ਪੀ ਹਉਮੈ ਮੈਲ ਨਾ ਜਾ। ਮਹਾਰਾਜ ਕਹਿੰਦੇ ਕੀਮਾ ਕੀਮਾ ਕਰਕੇ ਆਪਣਾ ਇਹਨੇ ਸਰੀਰ ਵੀ ਕਟਾ ਲਿਆ, ਪਰ ਜਿਹੜੀ ਛੱਡਣ ਵਾਲੀ ਸ਼ੈ ਸੀ ਹਉਮੈ ਉਹ ਇਹਦੇ ਕੋਲੋਂ ਨਹੀਂ ਛੁੱਟੀ। ਸਤਿਗੁਰੂ ਜੀ ਬਚਨ ਪਏ ਕਰਦੇ ਹਨ ਨਿਵਲ ਨਿਵਲ ਭੁਜੰਗਮ ਸਾਧੇ, ਔਰ ਨਾਲ ਹੀ ਇਹਨੇ ਭੁਜੰਗਮਾ ਭਾਵ ਜੋ ਕੁੰਡਲਣੀ ਸੀ ਉਹਨੂੰ ਵੀ ਸਾਧਨ ਦਾ ਇਹਨੇ ਯਤਨ ਕੀਤਾ। ਪੰਚ ਜਨਾ ਸਿਉ ਸੰਗ ਨਾ ਛੁਟਕਿਓ ਆਦਿਕ ਅਹੰ ਬੁੱਧ ਬਾਧੇ। ਇੰਨਾ ਕੁਝ ਇਹਨੇ ਕਰ ਲਿਆ, ਪਰ ਮਹਾਰਾਜ ਕਹਿਣ ਲੱਗੇ ਭਾਈ ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਇਹਨਾਂ ਪੰਜਾਂ ਵਕਾਰਾਂ ਤੋਂ ਇਹਦਾ ਸੰਗ ਨਾ ਛੁਟਕਿਆ। ਇਹਨਾਂ ਪੰਜਾਂ ਵਕਾਰਾਂ ਤੋਂ ਭਾਵ ਜਿਨ੍ਹਾਂ ਕੋਲੋਂ ਇਹਨੇ ਆਪਣਾ ਸਾਥ ਇਹਨੇ ਆਪਣਾ ਖਹਿੜਾ ਛਡਵਾਉਣਾ ਸੀ, ਮਹਾਰਾਜ ਕਹਿੰਦੇ ਭਾਈ ਉਹਨਾਂ ਕੋਲੋਂ ਇਹਦਾ ਖਹਿੜਾ ਨਹੀਂ ਛੁੱਟਿਆ। ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਦਕ ਅਦਕ ਕਹਿੰਦੇ ਹੋਰ ਵੀ ਅਹੰ ਬੁੱਧ ਵਾਦੇ, ਕਹਿੰਦੇ ਹੋਰ ਵੀ ਇਹ ਹਉਮੈ ਦੇ ਨਾਲ ਗ੍ਰਸਿਆ ਗਿਆ ਹੈ। सतगुरु गुरु नानक देव महाराज जियों की शाम दी जो जीवन दी कथा चल रही है, सुमेर पर्वत ते गुरु नानक देव महाराज जी गए, उत्थे जिक्र कीता गुरु नानक देव महाराज जियां नूं आण के सिद्ध मिलदे ने, गोरख आण के मिलिया, जोग आण के मिले। महाराज जियां ने उत्थे उन्हां नूं वचन कीता, कहिंदे भाई कल्ली तुहाडी आरबला उमर नहीं वधी, ਭਾਵੇਂ ਕਿ ਤੁਸੀਂ ਇਹਨਾਂ ਆਸਨਾਂ ਦੇ ਨਾਲ ਤੁਸੀਂ ਪ੍ਰਾਣਾਯਾਮ ਦੇ ਰਾਹੀਂ ਇਹਨਾਂ ਸਾਧਨਾ ਦੇ ਰਾਹੀਂ ਸਰੀਰ ਨੂੰ ਤੁਸਾਂ ਨੇ ਸਾਧ ਸਾਧ ਕੇ ਇਸ ਸਰੀਰ ਨੂੰ ਤੁਸਾਂ ਨੇ ਭਾਵੇਂ ਕਿ ਆਪਣੀ ਕੱਲੀ ਉਮਰ ਨਹੀਂ ਵਧਾਈ, ਮਹਾਰਾਜ ਕਹਿੰਦੇ ਤੁਸੀਂ ਆਪਣੀ ਹਉਮੈ ਵੀ ਵਧਾਈ ਹੋਈ ਹੈ। ਤੁਸੀਂ ਆਪਣੀਆਂ ਹਉਮੈ ਜੋ ਵਕਾਰ ਸਨ ਇਹਨਾਂ ਨੂੰ ਵੀ ਬਹੁਤਾਤ ਵਿੱਚ ਤੁਸਾਂ ਨੇ ਵਧਾਇਆ ਹੋਇਆ ਹੈ। ਮਹਾਰਾਜ ਜੀਆਂ ਦੇ ਨਾਲ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਫਿਰ ਜਿਹੜੇ ਉਥੋਂ ਦੇ ਸਿੱਧ ਲੋਕ ਸਨ, ਉਹਨਾਂ ਵਿੱਚ ਮਸ਼ਿੰਦਰਾ ਸੀ, ਲੋਹਾ ਰੇਪਾ ਸੀ, ਹਨੀਫਾ ਕਨੀਫਾ, ਮਹਾਰਾਜ ਜੀਆਂ ਦੇ ਨਾਲ ਫਿਰ ਉਹਨਾਂ ਨੇ ਵਿਚਾਰ ਚਰਚਾ ਇਸੇ ਗੱਲ ਤੇ ਕੀਤੀ, ਹਉਮੈ ਵਸ ਹੋ ਕੇ ਕੀਤੀ, ਸਿੱਖਣ ਵਾਸਤੇ ਨਹੀਂ, ਪੁੱਛਣ ਵਾਸਤੇ ਨਹੀਂ, ਇੱਕ ਜਗਿਆਸੂ ਬਣ ਕੇ ਨਹੀਂ, ਬਲਕਿ ਇਸ ਵਾਸਤੇ ਕਿ ਅਸੀਂ ਇਸ ਬਾਲਕ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਕਿਸੇ ਨਾ ਕਿਸੇ ਤਰੀਕੇ ਅਸੀਂ ਹਰਾ ਲਵਾਂਗੇ, ਹਰਾ ਕੇ ਇਹਨਾਂ ਨੂੰ ਅਸੀਂ ਆਪਣਾ ਚੇਲਾ ਸਥਾਪਿਤ ਕਰਕੇ ਦੂਰ ਦਰਾਡੇ ਫਿਰ ਅਸੀਂ ਆਪਣੇ ਪ੍ਰਚਾਰ ਵਾਸਤੇ ਟੋਰ ਦਿਆਂਗੇ। ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਬਚਨ ਕਿ ਹੇ ਭਾਈ ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਉਹਨਾਂ ਨਾਲੋਂ ਸੰਗ ਨਹੀਂ ਛੁਟਕਿਆ। ਅਦਕ ਹੋਰ ਵੀ ਅਹੰ ਬੁੱਧ ਵਾਦੇ, ਕਹਿੰਦੇ ਵੀ ਹੋਰ ਵੀ ਇਹ ਹਉਮੈ ਵਸ ਹਉਮੈ ਵਿੱਚ ਇਹ ਚੰਗੀ ਤਰ੍ਹਾਂ ਵੱਜ ਗਿਆ ਹੈ। ਪਿਆਰੇ ਇਨ ਬਿਧ ਮਿਲਣ ਨਾ ਜਾਈ। हे ਪਿਆਰਿਆ, हे ਭਾਈ, हे ਸਰੋਤਾ ਜਨੋ, हे ਗੁਰੂ ਕੇ ਸਿੱਖ, हे ਭਾਈ ਜੋਗੀ, हे ਸਿੱਧ, हे ਨਾਥ, ਕੋਈ ਵੀ ਪਾਵਨ ਪਵਿੱਤਰ ਬਾਣੀ ਸੁਣੇ उपदेश चौं वर्णा को साझा है। खत्री ब्राह्मण सूद वैस उपदेश चौं वर्णा को साझा, क्योंकि जदों महात्मा धर्मात्मा वचन करते हैं वो सारियां वास्ते हुंदा है। भाई कोई भी ਉਹਦੇ ਵਿੱਚੋਂ ਲਾਹਾ ਪ੍ਰਾਪਤ ਕਰ ਸਕੇ। ਪਿਆਰੇ ਇਨ ਵਿਦ ਮਿਲਨ ਨਾ ਜਾਈ, ਇਸ ਤਰੀਕੇ ਨਾਲ ਉਸ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਨਹੀਂ। ਮਹਾਰਾਜ ਹੁਣ ਰਸਤਾ ਵੀ ਤਾਂ ਦੱਸਦੇ ਨੇ, ਜੇ ਇੱਕ ਰਸਤੇ ਤੋਂ ਰੋਕਿਆ ਹੈ ਤੇ ਮਹਾਰਾਜ ਕੋਈ ਦੂਸਰਾ ਰਸਤਾ ਵੀ ਤਾਂ ਹੋਵੇਗਾ ਨਾ ਉਸ ਮਾਰਗ ਵਾਲੇ ਪਾਸੇ ਤੁਰਨ ਦਾ। ਮਹਾਰਾਜ ਜੀਓ, ਜੇ ਇੱਕ ਮਾਰਗ ਵੱਲ ਜਾਣ ਦੇ ਅੰਦਰ ਅਤਿਅੰਤ ਕਠਿਨਾਈ ਹੈ ਤੇ ਕੋਈ ਦੂਸਰਾ ਮਾਰਗ ਵੀ ਤਾਂ ਹੋਵੇਗਾ।
ਗੁਰੂ ਨਾਨਕ ਦੇਵ ਮਹਾਰਾਜ ਜੀਓ ਕੀ ਸੰਧਿਆ ਵੇਲੇ ਦੀ ਕਥਾ ਦੇ ਅੰਦਰ ਹੀ ਭਾਈ ਸੰਤੋਖ ਸਿੰਘ ਜੀਆਂ ਨੇ ਜ਼ਿਕਰ ਕੀਤਾ ਇੱਕ ਥਾਂ। ਗੁਰੂ ਨਾਨਕ ਦੇਵ ਮਹਾਰਾਜ ਜੀ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਪਦੇਸ਼ ਪਏ ਦੇ ਰਹੇ ਹਨ। ਮਹਾਰਾਜ ਕਹਿੰਦੇ ਭਾਈ ਜਿਹੜੇ ਹੋਰ ਸਾਧਨ ਹਨ, ਜਿਹੜੇ ਹੋਰ ਤਰੀਕੇ ਹਨ, ਹੋਰ ਤਰੀਕਿਆਂ ਦੇ ਨਾਲ ਵੀ ਪਰਿਪੂਰਨ ਪਰਮਾਤਮਾ ਦੇ ਘਰ ਦੇ ਅੰਦਰ ਅਪੜਨ ਦਾ ਯਤਨ ਕੀਤਾ, ਪਰ ਜਿਹੜੇ ਉਹ ਮਾਰਗ ਨੇ ਉਹ ਅਤਿਅੰਤ ਕਠਿਨ ਮਾਰਗ ਹਨ। ਕਿੰਨੇ ਕਿੰਨੇ ਵਰਿਆਂ ਦੇ ਧੂਣੇ ਲਾਉਣੇ, ਕਿੰਨੇ ਕਿੰਨੇ ਵਰਿਆਂ ਦੇ ਉਹਨਾਂ ਨੇ ਪੁੱਠਿਆਂ ਲਟਕਣਾ। ਜਿਵੇਂ ਰੁੱਖਾਂ ਦੇ ਉੱਪਰ ਚਮਗਿੱਦੜ ਲਮਕਦੇ ਹਨ, ਉਹਨਾਂ ਰੁੱਖਾਂ ਦੇ ਉੱਪਰ ਪੁੱਠਿਆਂ ਲਮਕਣਾ। ਕਈ ਕਈ ਵਰਿਆਂ ਦਾ ਤਪ, ਕਈ ਕਈ ਸਾਲ ਭੁੱਖਣ ਭਾਣੇ ਰਹਿ ਕੇ ਸਾਧਨਾ ਸਾਧਨੀ, ਤੇ ਫਿਰ ਵੀ ਪਤਾ ਨਹੀਂ ਵੀ ਉਸ ਮਾਰਗ ਤੱਕ ਉਥੋਂ ਤੱਕ ਪਹੁੰਚਿਆ ਜਾਏ ਜਾਂ ਨਾ ਪਹੁੰਚਿਆ ਜਾਏ। ਇਹਦੀ ਉਦਾਹਰਣ ਮਹਾਰਾਜ ਜੀਆਂ ਨੇ ਦਿੱਤੀ। ਕਹਿੰਦੇ ਭਾਈ ਜਿਸ ਪ੍ਰਕਾਰ ਦੇ ਨਾਲ ਇੱਕ ਕੀੜੀ ਰੁੱਖ ਦੇ ਉੱਪਰ ਚੜ੍ਹਨਾ ਪ੍ਰਾਰੰਭ ਕਰੇ, ਕਦੋਂ ਤੱਕ ਉਹ ਪੇੜ ਦੇ ਉੱਪਰ ਸਿਖਰ ਤੱਕ ਕਦੋਂ ਤੱਕ ਪਹੁੰਚੇਗੀ, ਕੀ ਪਤਾ ਕਿਹੜੇ ਆਏ ਹੋਏ ਹਵਾ ਦੇ ਬੁੱਲੇ ਦੇ ਨਾਲ ਉਹ ਫਿਰ ਹੇਠਾਂ ਡਿੱਗ ਕੇ ਫਿਰ ਉਹਨੂੰ ਸਫ਼ਰ ਸ਼ੁਰੂ ਕਰਨਾ ਪਵੇ, ਉਹ ਫਿਰ ਆਪਣਾ ਸਫ਼ਰ ਸ਼ੁਰੂ ਕਰੇ। ਮਹਾਰਾਜ ਜੀਆਂ ਨੇ ਫਿਰ ਦੂਸਰੀ ਉਦਾਹਰਣ ਦਿੱਤੀ। ਕਹਿੰਦੇ ਇੱਕ ਰਸਤਾ ਹੈ ਸਹਿਜ ਮਤ ਦਾ, ਇੱਕ ਰਸਤਾ ਹੈ ਗੁਰਮਤ ਦਾ। ਮਹਾਰਾਜ ਕਹਿੰਦੇ ਉਹ ਇਸ ਪ੍ਰਕਾਰ ਦੇ ਨਾਲ ਹੈ ਜਿਵੇਂ ਕੋਈ ਪੰਛੀ ਹੋਵੇ, ਪੰਛੀ ਉਡਾਰੀ ਮਾਰ ਕੇ ਆਸਾਨੀ ਦੇ ਨਾਲ ਉੱਪਰ ਰੁੱਖ ਦੇ ਸਿਖਰ ਤੱਕ ਆਰਾਮ ਨਾਲ ਪਹੁੰਚ ਜਾਂਦਾ ਹੈ। ਮਹਾਰਾਜ ਕਹਿੰਦੇ ਭਾਈ ਹੁਣ ਚੁਣਨਾ ਤੁਸਾਂ ਨੇ ਰਸਤਾ ਹੈ, ਇੱਕ ਕੀੜੀ ਵਾਲਾ ਰਸਤਾ ਚੁਣਨਾ ਹੈ ਜਾਂ ਪੰਛੀ ਵਾਲਾ ਰਸਤਾ ਚੁਣਨਾ ਹੈ। ਇਸ ਮਾਲਕ ਜੀ ਦੇ ਘਰ ਦੇ ਅੰਦਰ ਸਿੱਖ ਨੂੰ ਕਰਨ ਵਾਸਤੇ ਇਹ ਨਹੀਂ ਕਿਹਾ ਗਿਆ ਕਿ ਤੂੰ ਇੰਨੀਆਂ ਧੂਣੀਆਂ ਤਾਂ ਇੰਨੇ ਚਲੀਏ ਕੱਟ, ਜਾਂ ਇਸ ਪ੍ਰਕਾਰ ਦੇ ਨਾਲ ਤੂੰ ਇਸ ਵਿਖੜੇ ਪੈਂਡਿਆਂ ਦਾ ਤੂੰ ਰਾਹੀ ਬਣ। ਇਸ ਘਰ ਦੇ ਅੰਦਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਬਦ ਦੇ ਅਖੀਰ ਦੇ ਅੰਦਰ ਤਰੀਕਾ ਪਏ ਦੱਸਦੇ ਹਨ। ਹੇ ਜਗਿਆਸੂ ਜਨ ਇਹ ਧਿਆਨ ਕਰੀ, ਇਨ ਬਿਦ ਮਿਲਨ ਨਾ ਜਾਈ ਪਿਆਰੇ, ਇਨ ਬਿਦ ਮਿਲਨ ਨਾ ਜਾਈ, ਇਨ ਬਿਦ ਮਿਲਨ ਨਾ ਜਾਈ ਪਿਆਰੇ, ਇਨ ਬਿਦ ਮਿਲਨ ਨਾ ਜਾਈ, ਇਨ ਬਿਦ ਮਿਲਨ ਨਾ ਜਾਈ ਪਿਆਰੇ, ਇਨ ਬਿਦ ਮਿਲਨ ਨਾ ਜਾਈ, ਇਨ ਬਿਦ ਮਿਲਨ ਨਾ ਜਾਈ ਪਿਆਰੇ, ਇਨ ਬਿਦ ਮਿਲਨ ਨਾ ਜਾਈ। ਹੇ ਮੇਰੇ ਮਾਲਕ ਜੀ ਇਨ ਬਿਦ ਮਿਲਨ ਨਾ ਜਾਈ, ਜੇ ਇਸ ਤਰੀਕੇ ਨਾਲ ਨਹੀਂ ਮੈਂ ਕੀਏ ਕਰਮ ਅਨੇਕਾ। ਮਾਲਕ ਸੱਚੇ ਪਾਤਸ਼ਾਹ ਨਾਨਾ ਪ੍ਰਕਾਰ ਦੇ ਜਿਹੜੇ ਸਾਧਨ ਸਨ ਉਹ ਵੀ ਸਾਧ ਲਏ, ਬੜੇ ਜਿਹੜੇ ਹੱਠ ਜੋਗ ਤਪ ਸਨ ਉਹ ਵੀ ਸਾਧ ਲਏ, ਪਰ ਮਹਾਰਾਜ ਜੀਓ ਸਾਹਿਬ ਦੀ ਘਰ ਦੇ ਨਾਲ ਮੇਲ ਪ੍ਰਾਪਤ ਨਹੀਂ ਹੋਇਆ। ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਬਿਬੇਕਾ। ਜਿਵੇਂ ਸਾਰੇ ਪਾਸਿਓਂ ਕੋਈ ਥੱਕ ਹਾਰ ਕੇ ਮਾਲਕ ਜੀ ਕੇ ਚਰਨਾਂ ਪਾਸ ਬੇਨਤੀ ਕਰੇ, ਹਾਰ ਪਰਿਓ ਸਾਰੇ ਜਿਵੇਂ ਦਰਵਾਜ਼ੇ ਬੰਦ ਹੋ ਜਾਣ ਤੇ ਫਿਰ ਕੋਈ ਬੇਨਤੀ ਕਰੇ, ਢਹਿ ਕੇ ਮਾਲਕ ਦੇ ਚਰਨਾਂ ਤੇ ਬੇਨਤੀ ਕਰੇ, ਹਾਰ ਪਰਿਓ स्वामी का द्वार है। मालिक जी के चरना पर बिना बेनती करे, मैं दीजा बुद्ध बबेका। है मेरे मालिक सच्चे पातशाह मैनू मत दिओ, बबेक बुद्ध दिओ। जो सिख अरदास दे अंदर मंग करदा है, बबेक बुद्धि दी मंग करदा है। जिस मत दे नाल उन्हों अपने भले तथा ਉਹਨੂੰ ਆਪਣੇ ਬੁਰੇ ਦੀ ਸੋਝੀ ਹੁੰਦੀ ਹੈ, ਇਹਨੂੰ ਕਹਿੰਦੇ ਨੇ ਵਿਵੇਕ ਮਤ। ਮਾਲਕ ਸੱਚੇ ਪਾਤਸ਼ਾਹ ਰਹਿਮਤ ਕਰੋ, ਹਾਰ ਪਰਿਓ ਸੁਆਮੀ ਕਾ ਦੁਆਰਾ, ਦੀਜੈ ਬੁੱਧ ਵਿਵੇਕਾ। ਮੇਰੇ ਮਾਲਕ ਜੀ ਮੈਨੂੰ ਵਿਵੇਕ ਬੁੱਧ ਆਪਣੇ ਚੰਗੇ ਤਥਾ ਮਾੜੇ ਦੀ ਮੈਂ ਪਹਿਚਾਨ ਸੋਝੀ ਕਰ ਸਕਾਂ। ਰਹਾਉ ਮੋਹਨ ਪਾਇਓ ਕਰ ਪਾਤੀ ਰਹਿਓ,
ਨਾਗਨ ਫਿਰਿਓ ਬਨ ਮਾਹੀ। ਇਹਨੇ ਫਿਰ ਹੁਣ ਕੀਤਾ ਕਿ ਸ਼ਬਦ ਵਿੱਚ ਮਹਾਰਾਜ ਕਹਿੰਦੇ ਮੌਨ ਭਇਓ, ਇਹ ਮੌਨੀ ਹੋ ਗਿਆ, ਹੁਣ ਕਿਸੇ ਦੇ ਨਾਲ ਬੋਲਦਾ ਵੀ ਨਹੀਂ ਹੈ। ਮੌਨ ਭਇਓ ਬਾਣੀ ਅੰਦਰ ਘੱਟ ਬੋਲਣ ਦੇ ਸੰਬੰਧ ਵਿੱਚ ਹੈ। ਜਿੱਥਾ ਬੋਲਣ ਹਾਰੀਆ ਤਿੱਥਾ ਚੰਗੀ ਚੁੱਪ ਕਿਹਾ ਹੈ। ਪਰ ਮਹਾਰਾਜ ਜੀਆਂ ਨੇ ਇਹ ਵੀ ਕਿਹਾ ਹੈ, ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸਟ ਕਰ ਰਹੀ ਹੈ। ਐਸਾ ਨਹੀਂ, ਹਾਂ ਘੱਟ ਬੋਲਣਾ ਮਾਲਕ ਸੱਚੇ ਪਾਤਸ਼ਾਹ ਜੀਆਂ ਨੇ ਬਹੁਤਾ ਬੋਲਣ ਝੱਖਣ ਹੋਏ ਸ਼ਬਦ ਵਰਤੇ ਹਨ। ਭਾਈ ਬੋਲਣਾ ਹੈ, ਧਿਆਨ ਨਾਲ ਬੋਲਣਾ ਹੈ, ਕਿਉਂਕਿ ਬੋਲਣ ਤੋਂ ਪਹਿਲਾਂ ਮਨੁੱਖ ਜਿਹੜੇ ਸ਼ਬਦ ਹੁੰਦੇ ਹਨ ਉਹਦੇ ਵਸ ਵਿੱਚ ਹੁੰਦੇ ਹਨ, ਬੋਲਣ ਤੋਂ ਬਾਅਦ ਮਨੁੱਖ ਸ਼ਬਦਾਂ ਦੇ ਵਸ ਵਿੱਚ ਹੋ ਜਾਂਦਾ ਹੈ। ਇਹ ਤਾਂ ਤੀਰ ਹਨ ਜੋ ਇੱਕ ਵਾਰੀ ਛੱਡੇ ਗਏ ਦੁਬਾਰਾ ਮੁੜ ਭੱਥੇ ਵਿੱਚ ਨਹੀਂ ਪੈਂਦੇ। ਬੋਲਣ ਲੱਗਿਆਂ ਜ਼ਰੂਰ ਵਿਚਾਰਨਾ ਹੈ, ਜਿਹਨੂੰ ਅੰਗਰੇਜ਼ੀ ਵਿੱਚ ਮੁਹਾਵਰੇ ਤੌਰ ਤੇ ਵੀ ਕਹਿੰਦੇ ਨੇ ਲੁੱਕ ਬਿਫੋਰ ਯੂ ਲੀਪ। ਤੁਰਨ ਤੋਂ ਪਹਿਲਾਂ ਭਾਈ, ਕਦਮ ਪੁੱਟਣ ਤੋਂ ਪਹਿਲਾਂ ਵੇਖਣਾ। ਪਰ ਇੱਕ ਖਾਸ ਢੰਗ ਦੇ ਨਾਲ ਮੌਨੀ ਹੋ ਜਾਣਾ ਵੀ ਮੈਂ ਤਾਂ ਬੋਲਣਾ ਹੀ ਨਹੀਂ। ਮਹਾਰਾਜ ਕਹਿਣ ਲੱਗੇ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ। ਮੌਨ ਭਇਓ, ਇਹ ਮੌਨੀ ਹੋ ਗਿਆ। ਅੱਗੇ ਕਿਹਾ ਕਰ ਪਾਤੀ ਰਹੋ, ਇਹਨੇ ਕਿਹਾ ਜੀ ਮੈਂ ਤਾਂ ਭਾਂਡਿਆਂ ਵਿੱਚ ਵੀ ਨਹੀਂ ਖਾਂਦਾ। ਇਹਨੇ ਆਪਣੇ ਹੱਥਾਂ ਨੂੰ ਹੀ ਬੁੱਕ ਬਣਾ ਕੇ ਪ੍ਰਸ਼ਾਦਾ ਪਾਣੀ ਵੀ ਛਕਣਾ, ਬਸ ਬੁੱਕ ਵਿੱਚ ਹੀ ਛਕਣਾ। ਪਾਣੀ ਪੀਣਾ ਤਾਂ ਓਕ ਕਰਕੇ ਪਾਣੀ ਇਹਨੇ ਪੀਣਾ। ਇਹਨੇ ਕਿਹਾ ਜੀ ਬਸ ਬਰਤਨ ਦੀ ਵੀ ਵਰਤੋਂ, ਭਾਂਡਿਆਂ ਦੀ ਵੀ ਵਰਤੋਂ ਨਹੀਂ ਕਰਨੀ। ਮੌਨ ਭਇਓ ਕਰ ਪਾਤੀ ਰਹੋ, ਨਗਨ ਫਿਰਿਓ ਬਨ ਮਾਹੀ। ਔਰ ਕੱਪੜਿਆਂ ਤੋਂ ਰਹਿਤ ਹੋ ਕਰਕੇ ਜੰਗਲਾਂ ਦੇ ਅੰਦਰ ਇਹਨੇ ਭਟਕਣਾ ਹੁਣ ਸ਼ੁਰੂ ਕਰ ਦਿੱਤਾ ਹੈ। ਨਗਨ ਫਿਰਿਓ ਬਨ ਮਾਹੀ, ਬਨ ਮਾਹੀ ਜੰਗਲਾਂ ਵਿੱਚ ਇਸ ਪ੍ਰਕਾਰ ਨਾਲ ਭਟਕ ਰਿਹਾ ਹੈ ਕਿਤੇ ਇਸੇ ਤਰੀਕੇ ਨਾਲ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਹੋ ਜਾਏ। ਪਹਿਲੀ ਗੱਲ ਇਹਦੇ ਵਿੱਚ ਸਾਧ ਸੰਗਤ ਜੀਓ ਇਹ ਹੈ, ਉਹ ਤੁਰੇ ਹਨ ਪਰ ਰਸਤਾ ਠੀਕ ਨਹੀਂ ਹੈ। ਤੁਰੇ ਹੋਏ ਹਨ, ਇਹਦੇ ਅੰਦਰ ਰਸਤਾ ਨਾ ਠੀਕ ਹੋਣ ਦਾ ਕਾਰਨ ਕੀ ਹੈ ਜੀ? ਮਹਾਰਾਜ ਜੀਆਂ ਨੇ ਉੱਪਰ ਇਹਦਾ ਜ਼ਿਕਰ ਵੀ ਕੀਤਾ, ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਦਕ ਅਹਮ ਬੁੱਧ ਬਾਧੇ। ਕਾਰਨ ਕੀ ਹੈ ਜੇ ਤੁਰੇ ਹਨ, ਰਸਤਾ ਠੀਕ ਕਿਉਂ ਨਹੀਂ? ਸਤਿਗੁਰੂ ਜੀ ਵੀ ਉਹਦਾ ਵੀ ਜ਼ਿਕਰ ਕਰਦੇ ਹਨ। ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਿਧਾ ਛੁਟਕੈ ਨਾਹੀ। ਤਟ ਤੀਰਥ ਸਭ ਧਰਤੀ ਭਰਮਿਓ, ਕੋਈ ਛੱਡਿਆ ਹੀ ਨਹੀਂ ਥਾ। ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਦੂਰ ਦਰਾਡੇ ਤੱਕ ਜਾ ਕੇ ਲੋਕਾਈ ਨੂੰ ਸੇਧ ਦਿੱਤੀ। ਭੁੱਲੀ ਭਟਕੀ ਲੋਕਾਈ ਨੂੰ ਸੇਧ ਦਿੱਤੀ। ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਵੱਤ ਮਹਾਰਾਜ ਜੀਆਂ ਨੇ ਤੀਰਥ ਜਾਂ ਧਰਤੀ ਦਾ ਰਟਨ ਨਹੀਂ ਕੀਤਾ ਕਿਸੇ ਇੱਕ ਖਾਸ ਮਕਸਦ ਵਾਸਤੇ। ਪੁੱਛਿਆ ਮਹਾਰਾਜ ਜੀਆਂ ਨੂੰ ਵੀ ਚਲੋ ਤੁਸੀਂ ਸਾਨੂੰ ਕਹਿ ਰਹੇ ਹੋ ਵੀ ਘਰੋਂ ਅਸੀਂ ਭਟਕਦੇ ਵਿੱਚ ਆਏ ਹਾਂ, ਤੁਸੀਂ ਕਿਉਂ ਆਏ ਹੋ ਪਾਤਸ਼ਾਹ? ਸਿੱਧਾ ਨੇ ਨਾ ਬੜੇ ਉਹਨਾਂ ਨੇ ਪ੍ਰਸ਼ਨ ਪੁੱਛ ਲਿਆ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ, ਤੁਸੀਂ ਸਾਨੂੰ ਕਹਿੰਦੇ ਹੋ ਵੀ ਘਰਾਂ ਚੋਂ ਅਸੀਂ ਕਿਉਂ ਆਏ ਹਾਂ? ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਤੁਸੀਂ ਕਿਉਂ ਆਏ ਹੋ? ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵਖਰ ਕੇ ਤੁਮ ਵਣਜਾਰੇ। ਜੇ ਤੁਸੀਂ ਆਏ, ਅਸੀਂ ਘਰ ਛੱਡ ਕੇ ਆਏ ਆ, ਸਾਨੂੰ ਤੁਸਾਂ ਨੇ ਰੋਕ ਲਿਆ, ਸਾਨੂੰ ਤੁਸਾਂ ਨੇ ਟੋਕ ਦਿੱਤਾ, ਬਾਬਾ ਤੁਸੀਂ ਦੱਸੋ। ਮਹਾਰਾਜ ਕਹਿਣ ਲੱਗੇ ਗੁਰਮੁਖ ਖੋਜਤ ਭਏ ਉਦਾਸੀ, ਦਰਸ਼ਨ ਕੈ ਤਾਈ ਭੇਖ ਨਿਵਾਸੀ। ਮੈਂ ਤਾਂ ਉਹਨਾਂ ਗੁਰਮੁਖਾਂ ਦੀ ਭਾਲ ਵਿੱਚ ਆਇਆ ਹਾਂ। ਮਹਾਰਾਜ ਕਿਹੜੇ ਹਨ ਗੁਰਮੁਖ ਪਿਆਰੇ? ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਸੱਚ ਦੇ ਢੰਡਾਊ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀਆਂ ਤੋਂ ਪ੍ਰਥਮ ਜਿਵੇਂ ਭਗਤ ਨਾਮਦੇਵ ਸਾਹਿਬ ਜੀ, ਭਗਤ ਫਰੀਦ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ, ਪਾਕ ਪਟਨ ਦੀ ਧਰਤੀ ਤੇ ਭਗਤ ਬੇਣੀ ਸਾਹਿਬ ਜੀਆਂ ਦੇ ਬੋਲ, ਭਗਤ ਜੈਦੇਵ ਜੀ, ਭਗਤ ਨਾਮਦੇਵ ਜੀ, ਮਹਾਰਾਜ ਕਹਿੰਦੇ ਉਹਨਾਂ ਦੀ ਭਾਲ ਵਿੱਚ ਆਇਆ ਹਾਂ।
ਲੋਕਾਈ ਨੂੰ ਸਿੱਧੇ ਰਸਤੇ ਤੋਰਨ ਵਾਸਤੇ ਆਇਆ ਹਾਂ। ਉਹਨਾਂ ਵੱਤ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਵੱਤ ਸੰਸਾਰ ਨੂੰ ਨਹੀਂ ਛੱਡਿਆ। ਤਾਂ ਹੀ ਤਾਂ ਜਿਸ ਵਕਤ ਮਹਾਰਾਜ ਅਚਲ ਬਟਾਲੇ ਦੀ ਧਰਤੀ ਤੇ ਜਦੋਂ ਸ਼ਿਵਰਾਤਰੀ ਦਾ ਮੇਲ ਹੋਇਆ, ਉੱਥੇ ਜੋੜ ਮੇਲ, ਸ਼ਿਵਰਾਤਰੀ ਦੀ ਧਰਤੀ ਆਪਣਾ ਅਚਲ ਬਟਾਲੇ ਦੀ ਧਰਤੀ ਤੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾਲ ਫਿਰ ਮੇਲ ਹੋਇਆ ਉਹਨਾਂ ਸਾਰਿਆਂ ਸਿੱਧਾਂ ਦਾ। ਜਿਹੜੇ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਪਹਿਲਾਂ ਸੁਮੇਰ ਪਰਬਤ ਤੇ ਵੀ ਮਿਲੇ ਸਨ, ਦੁਬਾਰਾ ਫਿਰ ਅਚਲ ਬਟਾਲੇ ਵੀ ਮੇਲ ਹੋ ਗਿਆ, ਉਹਨਾਂ ਨਾਲ ਮਹਾਰਾਜ ਫਿਰ ਮਿਲ ਪਏ। ਪਰ ਮਹਾਰਾਜ ਜਦੋਂ ਉਸ ਵਕਤ ਮਿਲੇ ਹਨ ਸਾਧ ਸੰਗਤ ਜੀ, ਉਸ ਵਕਤ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਨਾ ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਪਾਸਾਰ। ਉਸ ਵਕਤ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਕਰਤਾਰਪੁਰ ਸਾਹਿਬ ਜੋ ਪਾਕਿਸਤਾਨ ਦੇ ਅੰਦਰ ਹੈ, ਉੱਥੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਖੇਤੀਬਾੜੀ ਕਰਨੀ ਪ੍ਰਾਰੰਭ ਕਰ ਦਿੱਤੀ। ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਆਏ ਤੇ ਆਣ ਕੇ ਮਹਾਰਾਜ ਜੀਆਂ ਨੂੰ ਭੰਗਰਨਾਥ ਨੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਲੱਗਾ ਕਹਿਣ, ਕਹਿੰਦੇ ਤੁਹਾਨੂੰ ਪਤਾ ਨਹੀਂ, ਤੁਸਾਂ ਨੇ ਤਾਂ ਦੁੱਧ ਵਿੱਚ ਕਾਂਜੀ ਪਾ ਦਿੱਤੀ ਹੈ ਮਹਾਰਾਜ ਜੀਆਂ ਦੇ ਵਸਤਰ ਵੇਖ ਕੇ। ਇਹਨਾਂ ਵਿੱਚੋਂ ਅੱਜ ਵੀ ਨਾ ਸਾਧ ਸੰਗਤ ਜੀ, ਜਦੋਂ ਕੋਈ ਇਸ ਮਤ ਨੂੰ ਸਨਾਤਨ ਜਾਂ ਯੋਗ ਮਤ ਨੂੰ ਛੱਡ ਕੇ ਦੂਸਰੇ ਪਾਸੇ ਜਾਂਦਾ ਹੈ, ਉਹਨੂੰ ਆਪਣੇ ਪੰਥ ਵਿੱਚੋਂ ਛੇਕ ਦਿੰਦੇ ਹਨ। ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਲੱਗੇ ਕਹਿਣ, ਤੁਸਾਂ ਨੇ ਆਹ ਕੀ ਕੀਤਾ ਹੈ? ਪਹਿਲਾਂ ਤੁਹਾਡੇ ਤਨ ਦੇ ਉੱਪਰ ਸਾਡੇ ਵਾਲਾ ਬਾਣਾ ਸੀ, ਹੁਣ ਤੁਸਾਂ ਨੇ ਆਹ ਕੀ ਕੀਤਾ? ਤੁਸਾਂ ਸੰਸਾਰੀ ਕੱਪੜੇ ਪਾ ਲਏ ਹਨ, ਤੁਸਾਂ ਨੇ ਦੁੱਧ ਵਿੱਚ ਕਾਂਜੀ ਪਾ ਦਿੱਤੀ ਹੈ। ਉਹ ਆਪਣੇ ਮਤ ਨੂੰ ਦੁੱਧ ਤੇ ਸੰਸਾਰ ਦੇ ਲੋਕਾਂ ਦੇ ਕੱਪੜਿਆਂ ਨੂੰ ਕਾਂਜੀ ਦੇ ਰੂਪ ਵਿੱਚ ਉਹਨਾਂ ਨੇ ਕਿਹਾ। ਫਿੱਟਿਆ ਕਹਿਣ ਲੱਗੇ, ਤੁਸਾਂ ਨੇ ਇਸ ਤਰੀਕੇ ਦੇ ਨਾਲ ਸਾਰਾ ਜਿਹੜਾ ਜੀਵਨ ਸੀ ਆਪਣਾ ਤੁਸਾਂ ਨੇ ਖਰਾਬ ਕਰ ਲਿਆ। ਨਾਨਕ ਆਖੈ ਭੰਗਰਨਾਥ ਤੇਰੀ ਮਾਊ ਕੁਚੱਜੀ ਆਈ, ਭਾਂਡਾ ਧੋਏ ਨਾ ਜਾਤੇ ਆਉਣ, ਭਾਏ ਕੁਚੱਜੇ ਫੁੱਲ ਸੜਾਈ, ਹੋਏ ਅਤੀਤ ਗ੍ਰਸਤ ਤਜ, ਫਿਰ ਉਹਨੂੰ ਕਹਿ ਕਰ ਮੰਗਣ ਜਾਈ। ਮਹਾਰਾਜ ਜੀਆਂ ਨੇ ਭੰਗਰਨਾਥ ਨੂੰ ਕਿਹਾ, ਕਹਿੰਦੇ ਅਸਲ ਵਿੱਚ ਭੰਗਰਨਾਥ ਤੁਹਾਨੂੰ ਜੀਵਨ ਦੀ ਤੁਹਾਨੂੰ ਸੋਝੀ ਨਹੀਂ ਆਈ। ਉਹਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਇਹ ਸ਼ਬਦ ਕਹੇ ਸਨ ਕਿ ਤੁਸਾਂ ਨੇ ਦੁੱਧ ਵਿੱਚ ਕਾਂਜੀ ਪਾ ਦਿੱਤੀ। ਮਹਾਰਾਜ ਕਹਿੰਦੇ ਭੰਗਰਨਾਥ ਤੁਹਾਡੀ ਮੱਤ ਕੁਚੱਜੀ ਹੈ, ਤੁਹਾਨੂੰ ਭਾਂਡਾ ਧੋਣ ਦਾ ਨਹੀਂ ਪਤਾ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਬਈ ਆ ਸੰਸਾਰ ਦੇ ਲੋਕ ਮਾੜੇ ਹਨ, ਗ੍ਰਸਤ ਧਰਮ ਵਿੱਚ ਪ੍ਰਵੇਸ਼ ਨਹੀਂ ਕਰਨਾ, ਵਿਆਹ ਨਹੀਂ ਕਰਾਉਣਾ। ਮਹਾਰਾਜ ਕਹਿੰਦੇ ਫਿਰ ਮੈਨੂੰ ਦੱਸੋ, ਜਦੋਂ ਤੁਹਾਨੂੰ ਭੁੱਖ ਲੱਗਦੀ ਹੈ ਉਹਨਾਂ ਗ੍ਰਸਤੀਆਂ ਦੇ ਦਰਵਾਜ਼ੇ ਤੇ ਕਿਉਂ ਜਾਂਦੇ ਹੋ? ਤੁਸੀਂ ਕਿਉਂ ਜਾ ਕੇ ਤੁਸੀਂ ਮੰਗਦੇ ਹੋ? ਜੇ ਮੰਨ ਲਓ ਸਾਰਾ ਸੰਸਾਰ ਤੁਹਾਡੇ ਵਾਂਗੂ ਮੰਗਣ ਤੇ ਚੜ ਜਾਏ, ਕਿਹੜੇ ਪਾਸੇ ਮੰਗੇਗਾ? ਜੇ ਮੰਨ ਲਓ ਸਾਰਾ ਸੰਸਾਰ ਤੁਹਾਡੇ ਕਹੇ ਹੋਏ ਮਤ ਦੇ ਅਨੁਸਾਰ ਹੀ ਹੋ ਕਰਕੇ ਵਿਚਰਨਾ ਸ਼ੁਰੂ ਕਰ ਦਵੇ, ਵਿਆਹ ਨਾ ਕਰਾਏ, ਤਾਂ ਸੰਸਾਰ ਦੇ ਉੱਪਰ ਪਰਿਪੂਰਨ ਪਰਮਾਤਮਾ ਨੇ ਜਿਸ ਪ੍ਰਕਾਰ ਨਾਲ ਸੰਸਾਰ ਸਾਜਿਆ ਹੈ, ਕਿਸ ਪ੍ਰਕਾਰ ਦੇ ਨਾਲ ਸੰਸਾਰ ਦੀ ਇਹ ਖੇਡ ਅਗਾਂਹ ਚੱਲੇਗੀ ਜੇ ਸਾਰੇ ਲੋਕ ਹੀ ਤੁਹਾਡੇ ਮਤ ਅਨੁਸਾਰੀ ਹੋ ਜਾਣ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀਆਂ ਗੱਲਾਂ ਸੁਣ ਕੇ ਉਹ ਨਿਰਤਰ ਹੋ ਗਏ। ਗੁਰੂ ਅਰਜਨ ਦੇਵ ਮਹਾਰਾਜ ਜੀ ਜ਼ਿਕਰ ਪਏ ਕਰਦੇ ਹਨ, ਤਟ ਤੀਰਥ ਸਭ ਧਰਤੀ ਭਰਮਿਓ, ਦੁਬਧਾ ਛੁਟਕੈ ਨਾਹੀ। ਮਹਾਰਾਜ ਕਹਿੰਦੇ ਭਾਈ ਇਸ ਤਰੀਕੇ ਨਾਲ ਦੁਬਧਾ ਤੋਂ ਛੁਟਕਾਰਾ ਨਹੀਂ ਹੋਣਾ। ਮਨ ਕਾਮਨਾ ਤੀਰਥ ਜਾਏ ਵਸਿਓ, ਮਨ ਦੇ ਅੰਦਰ ਕਾਮਨਾ ਬਣਾ ਲਈ ਕਿ ਬਈ ਤੀਰਥਾਂ ਤੇ ਜਾ ਕੇ ਪ੍ਰਾਣ ਤਿਆਗਾਂਗੇ ਤੇ ਸਿੱਧਾ ਬੈਕੁੰਠ ਨੂੰ ਜਾਵਾਂਗੇ। ਖਾਸ ਤੌਰ ਬਾਬਾ ਕਬੀਰ ਸਾਹਿਬ ਜੀਆਂ ਦੇ ਸ਼ਬਦਾਂ ਵਿੱਚ ਵੀ ਜ਼ਿਕਰ ਆਉਂਦਾ ਹੈ। ਉੱਥੇ ਉਹਨਾਂ ਨੇ ਕਹਿ ਦਿੱਤਾ, ਜਿਹੜਾ ਬੰਦਾ ਕਾਸ਼ੀ ਦੀ ਧਰਤੀ ਤੇ ਪ੍ਰਾਣ ਤਿਆਗੇਗਾ ਸਿੱਧਾ ਸਵਰਗ ਨੂੰ ਜਾਏਗਾ। ਜਿਹੜਾ ਉਸ ਤੋਂ ਥੋੜਾ ਜਿਹਾ ਹਟਵਾਂ ਅਸਥਾਨ ਹੈ ਮਗਹਰ, ਜਿਹੜਾ ਮਗਹਰ ਦੀ ਧਰਤੀ ਤੇ ਪ੍ਰਾਣ ਤਿਆਗੇਗਾ ਖੋਤੇ ਦੀ ਜੂਨ ਵਿੱਚ ਪਵੇਗਾ। ਬਾਬਾ ਕਬੀਰ ਸਾਹਿਬ ਜੀ ਨੇ ਕੀ ਕੀਤਾ ਵੇਖੋ ਸੰਗਤ ਜੀ। ਬਾਬਾ ਕਬੀਰ ਸਾਹਿਬ ਜੀਆਂ ਨੇ ਸਾਰੀ ਉਮਰ ਕਾਸ਼ੀ ਬਤੀਤ ਕੀਤੀ ਤੇ ਜਦੋਂ ਸੰਸਾਰ ਤੋਂ ਚੜ੍ਹਾਈ ਕਰਨ ਦਾ ਸਮਾਂ ਆਇਆ,
ਬਾਬਾ ਕਬੀਰ ਸਾਹਿਬ ਜੀ ਉੱਠ ਕੇ ਮਗਹਰ ਦੀ ਧਰਤੀ ਤੇ ਚਲੇ ਗਏ। ਕਿਉਂ? ਲੋਕਾਂ ਦਾ ਪਾਖੰਡ ਦੂਰ ਕਰਨ ਦੇ ਵਾਸਤੇ। ਬਾਬਾ ਕਬੀਰ ਸਾਹਿਬ ਜੀ ਮਗਹਰ ਦੀ ਧਰਤੀ ਤੇ ਚਲੇ ਗਏ। ਲੋਕਾਂ ਨੇ ਕਿਹਾ ਇਹ ਬਾਵਰਾ ਹੋ ਗਿਆ ਹੈ, ਇਹਨੂੰ ਪਤਾ ਨਹੀਂ। ਬਾਬਾ ਕਬੀਰ ਸਾਹਿਬ ਕਹਿਣ ਲੱਗੇ, ਨਹੀਂ ਲੋਕੋ, ਇਹ ਪਾਖੰਡ ਹੈ ਇਹਨਾਂ ਲੋਕਾਂ ਦੁਆਰਾ ਫੈਲਾਇਆ ਹੋਇਆ। ਹਰ ਕਾ ਸੰਤ ਮਰੈ ਹੜੰਬੈ ਤਿਨ ਸਗਲੀ ਸੈਨ ਤਰਾਈ। ਤਟ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰ ਵਤ ਧਰਾਏ। ਉਥੇ ਜਾ ਕੇ ਕਾਸ਼ੀ ਦੀ ਧਰਤੀ ਤੇ ਸਿਰ ਦੇ ਉੱਪਰ ਕਰਵਤਰ ਆਰਾ ਆਪਣੇ ਸਿਰ ਦੇ ਉੱਪਰ ਧਰਾ ਲਿਆ ਵੀ ਇਹਦੇ ਨਾਲ ਪ੍ਰਾਣ ਤਿਆਗਣ ਦੇ ਨਾਲ ਸਿੱਧਾ ਅਸੀਂ ਬੈਕੁੰਠ ਨੂੰ, ਸਵਰਗਾ ਨੂੰ ਜਾਵਾਂਗੇ। ਐਸਾ ਇਹ ਮੰਨਿਆ ਗਿਆ। ਸਿਰ ਦੇ ਉੱਪਰ ਕਰਵਤਰ ਆਰਾ ਚਿਰਾ ਕਰਕੇ, ਸਾਰਾ ਕੁਝ ਦਾਨ ਕਰਕੇ, ਕਾਸ਼ੀ ਧਰਤੀ ਤੇ ਜਾ ਕੇ ਸਿਰ ਦੇ ਉੱਪਰ ਕਰਵਤਰ ਆਰਾ ਧਰਾ ਕੇ, ਚਿਰਾ ਕੇ, ਉੱਥੇ ਜਾ ਕੇ ਪ੍ਰਾਣ ਦੇ ਕੇ ਕਹਿੰਦੇ ਜੀ ਅਸੀਂ ਸਿੱਧਾ ਹੁਣ ਬੈਕੁੰਠ ਨੂੰ ਜਾਵਾਂਗੇ। ਮਹਾਰਾਜ ਕਹਿਣ ਲੱਗੇ, ਭਾਈ ਇਹ ਤਰੀਕਾ ਸਹੀ ਨਹੀਂ ਹੈ। ਮਨ ਕੀ ਮੈਲ ਨਾ ਉਤਰੈ ਇਹ ਬੇਦਾ, ਜੇ ਲੱਖ ਯਤਨ ਕਰਾਏ। ਇਹ ਭਾਈ ਤੂੰ ਇੱਕ ਦੋ ਵੀ ਛੱਡ, ਜੇ ਲੱਖ ਯਤਨ ਵੀ ਕਮਾ ਲਵੇਂ, ਮਨ ਦੀ ਮੈਲ ਉਤਾਰਨ ਦਾ ਤਰੀਕਾ ਇਹ ਨਹੀਂ ਹੈ। ਮਨ ਦੀ ਮੈਲ ਇਸ ਤਰੀਕੇ ਨਾਲ ਨਹੀਂ ਉਤਰਦੀ। ਕਾਨਕ ਕਾਮਨੀ ਹੈ ਵਰਗੈ ਵਰ, ਬਹੁ ਬਿਧ ਦਾਨ ਦਾਤਾਰਾ। ਕਨਕ ਕਹਿੰਦੇ ਹਨ ਸੋਨੇ ਨੂੰ, ਕਾਮਨੀ ਇਸਤਰੀ, ਹੈਵਰ ਗੈਵਰ ਹਾਥੀ, ਚੰਗੇ ਹਾਥੀ, ਚੰਗੇ ਘੋੜੇ, ਬਹੁ ਬਿਧ ਦਾਨ ਦਤਾਰਾ, ਬੜਾ ਕੁਝ ਭੇਟਾ ਕੀਤਾ, ਦਾਨ ਕੀਤਾ। ਪੁਰਾਤਨ ਸਮਿਆਂ ਦੇ ਅੰਦਰ ਹਾਥੀ ਘੋੜੇ ਉਹਨਾਂ ਥਾਵਾਂ ਤੇ ਦਾਨ ਕਰ ਦਿੰਦੇ ਸਨ। ਹੁਣ ਵੀ ਦਾਨ ਕਰਦੇ ਹਨ ਇਹਨਾਂ ਥਾਵਾਂ ਤੇ ਜਾ ਕੇ। ਹੁਣ ਉਹਨਾਂ ਹਾਥੀਆਂ ਦੀ ਕੀਮਤ ਦੇ ਪੈਸੇ ਦੇ ਦਿੰਦੇ ਹਨ, ਘੋੜੇ ਦੀ ਕੀਮਤ ਦੇ ਜਿਤਨੇ ਹਨ ਉਹ ਪੈਸੇ ਆਦਿ ਭੇਟ ਕਰ ਦਿੱਤੇ। ਕਨਕ ਕਾਮਨੀ ਹੈਵਰ ਗੈਵਰ ਬਹੁ ਬਿਧ ਦਾਨ ਦਾ ਤਾਰਾ, ਬੜਾ ਕੁਝ ਇਹ ਦਾਨ ਦੇ ਰੂਪ ਦੇ ਅੰਦਰ ਦਿੱਤਾ ਹੈ। ਸਾਧ ਸੰਗਤ ਜੀਓ, ਇੱਕ ਸ਼ਬਦ ਭਾਵੇਂ ਕਿ ਹੁਣ ਕਈ ਵਾਰ ਗੁਰੂ ਘਰਾਂ ਦੇ ਅੰਦਰ ਵੀ ਵਰਤਣ ਲੱਗ ਗਏ ਹਾਂ ਬਈ ਦਾਨ ਦੇਣਾ ਹੈ। ਸਿੱਖ ਕਦੇ ਗੁਰੂ ਘਰ ਦਾਨ ਨਹੀਂ ਦੇ ਸਕਦਾ। ਦਾਨ ਹਮੇਸ਼ਾ ਆਪਣੇ ਤੋਂ ਨੀਵੇਂ ਨੂੰ ਕੀਤਾ ਜਾਂਦਾ ਹੈ। ਸਿੱਖ ਘਰ ਦੇ ਅੰਦਰ ਦਾਨ ਸ਼ਬਦ ਨਹੀਂ ਹੈ ਆਪਣੇ ਹੈ ਦਸਵੰਧ ਦੇਣਾ। ਆਪਣਾ ਇਸ ਘਰ ਦੇ ਅੰਦਰ ਦਾਨ ਸ਼ਬਦ ਨਹੀਂ ਹੈ। ਦਾਨ ਦੇਣ ਤਥਾ ਦਾਨ ਲੈਣ ਦੇ ਨਾਲ ਕੀ ਹੈ? ਦੇਣ ਵਾਲੇ ਦੇ ਚਿੱਤ ਵਿੱਚ ਅਹੰਕਾਰ ਹੈ ਵੀ ਮੈਂ ਵੱਡਾ ਹਾਂ। ਜਿਹਨੂੰ ਕਿਹਾ ਬਈ ਦਾਨੀ ਸੱਜਣ, ਉਹਦੇ ਚਿੱਤ ਵਿੱਚ ਅਹੰਕਾਰ ਹੈ ਵੀ ਮੈਂ ਦਿੱਤਾ ਹੈ। ਜਦੋਂ ਉਹਨੇ ਦਿੱਤਾ ਦਸਵੰਧ ਵੀ ਇਹ ਮਾਲਕ ਜੀ ਮੇਰਾ ਤੇ ਹੈ ਹੀ ਨਹੀਂ ਸੀ, ਹੈ ਹੀ ਤੁਹਾਡਾ, ਫਿਰ ਮੈਂ ਵਿੱਚ ਤਾਂ ਕੁਝ ਵੀ ਨਹੀਂ ਲੱਗਦਾ। ਜਦੋਂ ਜਿਸ ਕਿਸੇ ਨੇ ਵੀ ਦਸਵੰਧ ਭੇਟ ਕੀਤਾ, ਦਸਵੰਧ ਦੇਣ ਵਾਲੇ ਦੇ ਚਿੱਤ ਵਿੱਚ ਇਹ ਖਿਆਲ ਨਹੀਂ, ਉਹਦਾ ਖਿਆਲ ਅੰਦਰ ਤਾਂ ਹੈ ਇਹ ਜਦੋਂ ਹੈ ਹੀ ਮਾਲਕ ਦਾ, ਮੈਂ ਤਾਂ ਵਿੱਚ ਕੁਝ ਵੀ ਨਹੀਂ ਇਸ ਦਸਵੰਧ ਦੇ ਅੰਦਰ। ਬਹੁਤਾਤ ਵਿੱਚ ਅਜਿਹੇ ਕਾਰਜ ਕੀਤੇ ਗਏ। ਕਨਕ ਕਾਮਨੀ ਹੈਵਰ ਗੈਵਰ ਬਹੁ ਬਿਦਾਨ ਦਾ ਤਾਰਾ, ਇਹ ਬਹੁਤਾਤ ਵਿੱਚ ਭੇਟ ਕੀਤਾ। ਅੰਨ ਵਸਤਰ ਭੂਮ ਬਹੁ ਅਰਪੇ, ਨਹਿ ਮਿਲਿਆ ਹਰ ਦੁਆਰਾ। ਇਹੀ ਸੋਚ ਕੇ ਵੀ ਕਿਤੇ ਇਹ ਭੇਟ ਕੀਤਿਆਂ ਹਰੀ ਦਾ ਦੁਆਰਾ ਮਿਲ ਜਾਏ। ਮਹਾਰਾਜ ਕਹਿੰਦੇ ਭਾਈ ਅੰਨ ਵਸਤਰ ਭੂਮ ਬਹੁ ਅਰਪੇ, ਨਹਿ ਮਿਲਿਆ ਹਰ ਦੁਆਰਾ। ਇਹ ਨਾਨਾ ਪ੍ਰਕਾਰ ਦੀਆਂ ਭੇਟਾਵਾਂ ਰੱਖੀਆਂ, ਪਰ ਇਹਨਾਂ ਨੂੰ ਰੱਖਦਿਆਂ ਚਿੱਤ ਵਿੱਚ ਹਉਮੈ ਦਾ ਹੋਰ ਵਾਧਾ ਹੋਈ ਗਿਆ। ਚਿੱਤ ਵਿੱਚ ਹੋਰ ਹਉਮੈ ਦਾ ਵਾਧਾ ਹੋਈ ਗਿਆ ਵੀ ਇਹ ਫਲਾਣੀ ਵਸਤੂ ਜੋ ਫਲਾਣੇ ਥਾਂ ਤੇ ਭੇਟ ਕੀਤੀ ਸੀ ਮੇਰੇ ਦਾਦੇ ਨੇ ਕੀਤੀ ਸੀ। ਛੱਡਣਾ ਤਾਂ ਸੀ ਅੰਦਰੋਂ ਅਹੰਕਾਰ ਨੂੰ। ਬਾਬਾ ਕਬੀਰ ਸਾਹਿਬ ਜੀ ਬਚਨ ਕਰਦੇ ਹਨ, ਕਬੀਰ ਮਾਇਆ ਤਜੀ ਤੋ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਮਾਨ ਮੁਨੀ ਮੁਨ ਵਰ ਗਲੇ, ਮਾਨ ਸਭੈ ਕੋ ਖਾਏ। ਮਹਾਰਾਜ ਬਾਬਾ ਕਬੀਰ ਸਾਹਿਬ ਕਹਿੰਦੇ ਭਾਈ ਮਾਇਆ ਛੱਡ ਦਿੱਤੀ, ਫਿਰ ਕੀ ਵੱਡੀ ਗੱਲ ਹੋਈ?
ਛੱਡਣਾ ਤਾਂ ਸਾਧ ਸੰਗਤ ਜੀਓ ਮਾਨ ਸੀ, ਅਹੰਕਾਰ ਛੱਡਣਾ ਸੀ। ਕਹਿ ਦਿੱਤਾ ਇਹ ਜੋ ਫਲਾਣੀ ਵਸਤੂ ਹੈ ਮੈਂ ਭੇਟ ਕੀਤੀ, ਸਾਡੇ ਬਜ਼ੁਰਗਾਂ ਨੇ ਭੇਟ ਕੀਤੀ ਗੁਰੂ ਘਰ। ਇਹ ਕੀ ਹੈ? ਇਹੀ ਤਾਂ ਹਉਮੈ ਹੈ, ਇਹ ਤਾਂ ਛੱਡਣੀ ਸੀ। ਮਹਾਰਾਜ ਬਾਬਾ ਕਬੀਰ ਸਾਹਿਬ ਕਹਿੰਦੇ ਮਾਨ ਮੁਨੀ ਮੁਨ ਵਰ ਗਲੇ, ਮਾਨ ਸਭੈ ਕੋ ਖਾਏ। ਭਾਈ ਇਹੋ ਮਾਨ ਹੀ ਤਾਂ ਸਾਨੂੰ ਖਾ ਰਿਹਾ ਹੈ। ਅੰਨ ਵਸਤਰ ਭੂਮ ਬੋ ਅਰਪੇ ਨਾ ਮਿਲਿਆ ਹਰ ਦੁਆਰਾ। ਇਸ ਤਰੀਕੇ ਨਾਲ ਹਰੀ ਦਾ ਦੁਆਰਾ ਨਹੀਂ ਮਿਲਦਾ। ਪੂਜਾ ਅਰਚਾ ਬੰਦਨ ਡੰਡੌਤ, ਖਟ ਕਰ ਮਾਰਤ ਰਹਤਾ। ਇਹਨਾਂ ਵਿੱਚ ਪੂਜਾ ਅਰਚਨਾਵਾਂ, ਡੰਡੇ ਵੱਤ ਡੰਡੌਤ ਕਰ ਕਰਕੇ ਜਾਣਾ। ਪੂਜਾ ਅਰਚਾ ਬੰਧਨ ਡੰਡੌਤ ਖਟ ਕਰਮਾਂ, 6 ਜਿਹੜੇ ਕਰਮ ਹਨ ਜੋ ਬ੍ਰਾਹਮਣਾਂ ਦੇ ਵਾਸਤੇ ਕਰਨ ਦੇ ਵਾਸਤੇ ਅਤਿਅੰਤ ਜ਼ਰੂਰੀ ਹਨ। ਖਟ ਕਰਮ 6 ਕਰਮ ਇਹਨਾਂ ਅੰਦਰ ਰਤਾ ਰਿਹਾ। ਹਾਂ ਹਾਂ ਕਰਤ ਬੰਧਨ ਮਹਿ ਪਰਿਆ, ਨਹਿ ਮਿਲਿਆ ਇਹ ਜੁਗਤਾ। ਮਹਾਰਾਜ ਕਹਿੰਦੇ ਭਾਈ ਨਹਿ ਮਿਲਿਆ ਇਹ ਜੁਗਤਾ। ਇਸ ਜੁਗਤੀ ਨਾਲ ਵੀ ਪਰਿਪੂਰਨ ਪਰਮਾਤਮਾ ਦਾ ਮੇਲ ਨਹੀਂ। ਹਉ ਹਉ ਕਰਤ, ਹਉ ਹਉ ਕਰਦਿਆਂ ਹਉਮੈ ਵਸ ਹੁੰਦਿਆਂ ਬੰਧਨ ਮੈਂ ਪਰਿਆ, ਬੰਧਨਾ ਵਿੱਚ ਹੋਰ ਵੀ ਫਸਿਆ ਰਿਹਾ। ਜੋਗ ਸਿੱਧ ਆਸਣ 84, ਏ ਭੇ ਕਰ ਕਰ ਰਹਿਆ। ਇਹਨੇ ਹੋਰ ਵੀ ਛੱਡੋ, ਜਿੱਥੇ ਇਹ ਸਭ ਕੁਝ ਭੇਟ ਕੀਤਾ ਮੌਨ ਭਇਓ ਕਰਪਾਤੀ ਰਿਓ। ਇਹ ਵੀ ਹੋ ਕੇ ਵੇਖ ਲਿਆ। ਹੁਣ ਇਹ ਤੁਰ ਪਿਆ ਆਸਣ ਕਰਨ ਵਾਲੇ ਪਾਸੇ। ਜਿਹੜੇ ਅੱਜ ਸਰੀਰ ਨੂੰ ਸਾਧਨ ਦੇ ਵਾਸਤੇ ਜਿਹੜੇ ਆਸਨਾਂ ਦਾ ਜ਼ਿਕਰ ਕੀਤਾ ਗਿਆ, ਜਿਹੜੇ 84 ਆਸਣ, ਇਹਨਾਂ ਵਿੱਚੋਂ ਪ੍ਰਮੁੱਖ ਹਨ ਜੋਗ ਸਿੱਧ ਆਸਣ 84, 84 ਆਸਣ। ਮਹਾਰਾਜ ਕਹਿੰਦੇ ਭਾਈ ਇਹ ਵੀ ਕਰ ਕਰ ਰਿਹਾ, ਇਹ ਵੀ ਕਰ ਕਰਕੇ ਹੁਣ ਇਹਨੇ ਵੇਖ ਲਏ ਹਨ। ਇਹ ਵੀ ਕਰ ਕਰ ਰਿਹਾ, ਇਹ ਵੀ ਕਰ ਲਏ ਹਨ। ਵੱਡੀ ਆਰਜਾ ਫਿਰ ਜਾਣਵੈ, ਹਰ ਸਿਉ ਸੰਗ ਨ ਗਹਿਆ। ਵੱਡੀ ਆਰਜਾ ਫਿਰ ਜਨਮੈ, ਉਮਰਾਂ ਜ਼ਰੂਰ ਵਧਾ ਲਈਆਂ ਆਪਣੀਆਂ। ਇਹਨਾਂ ਆਸਨਾਂ ਦੇ ਰਾਹੀਂ ਉਮਰਾਂ ਜ਼ਰੂਰ ਵਧਾ ਲਈਆਂ। ਫਿਰ ਜਨਮੈ, ਪਰ ਵਾਰ ਜੰਮਣਾ ਤਥਾ ਵਾਰ ਮਰਨਾ ਇਹੋ ਬਣਿਆ ਰਿਹਾ। ਹਰ ਸਿਉ ਸੰਗ ਨਾ ਗਿਆ, ਹਰੀ ਪਰਿਪੂਰਨ ਪਰਮਾਤਮਾ ਜੀਆਂ ਦੇ ਘਰ ਨਾਲ ਮੇਲ ਨਹੀਂ ਹੋਇਆ। ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ। ਹੁਣ ਦੂਸਰੇ ਪਾਸੇ ਰਾਜ ਲੀਲਾ, ਰਾਜ ਭਾਗ ਦੇ ਐਸ਼ੋ ਅਸ਼ਚਵਰਜ, ਰਾਜਨ ਕੀ ਲੀਲਾ ਉਹਨਾਂ ਦੀਆਂ ਲੀਲਾਵਾਂ। ਕਰਿਆ ਹੁਕਮ ਅਫਾਰਾ, ਹਰ ਪਾਸੇ ਜੋ ਇਹਨੇ ਆਪਣਾ ਹੁਕਮ, ਜੋ ਇਹਨੇ ਹਰ ਪਾਸੇ ਆਪਣਾ ਹੁਕਮ ਸਾਰੇ ਪਾਸੇ ਚਾੜਿਆ। ਸੇਜ ਸੋਹਣੀ ਚੰਦਨ ਚੂਆ, ਨਰਕ ਘੋਰ ਕਾ ਦੁਆਰਾ। ਔਰ ਨਾਨਾ ਪ੍ਰਕਾਰ ਦੇ ਜਿਹੜੇ ਇਹਦੇ ਕੋਲ ਸੰਸਾਰ ਦੇ ਅੰਦਰ ਭੋਗਣ ਵਾਸਤੇ ਪਦਾਰਥ, ਸੇਜ ਸੋਨੀ ਸੇਜਾ, ਚੰਦਨ ਚੂਆ, ਨਰਕ ਘੋਰ ਕਾ ਦੁਆਰਾ। ਪਰ ਇਹ ਤਾਂ ਸਾਰਾ ਕੁਝ ਹੀ ਪਰਿਪੂਰਨ ਪਰਮਾਤਮਾ ਦੇ ਨਾਮ ਤੋਂ ਟੁੱਟ ਕਰਕੇ ਇਹ ਤਾਂ ਨਰਕ ਘੋਰ ਕਾ ਦੁਆਰਾ ਹੈ। ਹਰੀ ਪਰਿਪੂਰਨ ਪਰਮਾਤਮਾ ਦੇ ਘਰ ਤੋਂ ਦੂਰ ਲਿਜਾਣ ਵਾਲਾ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੈ ਕਰਮਾ। ਹੁਣ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸ਼ਬਦ ਦੀਆਂ ਅਖੀਰ ਵਾਲੀਆਂ ਪੰਕਤੀਆਂ ਵਿੱਚ ਮਹਾਰਾਜ ਪਏ ਬਖਸ਼ਦੇ ਹਨ। ਹੇ ਭਾਈ, ਸਿਰ ਕਰਮਨ ਕੈ ਕਰਮਾਂ ਦੇ ਵਿੱਚੋਂ, ਵੱਡੇ ਕਾਰਜਾਂ ਦੇ ਵਿੱਚੋਂ ਕਿਹੜਾ ਕਾਰਜ ਹੈ ਭਾਈ? ਹਰ ਕੀਰਤ ਸਾਧ ਸੰਗਤ ਹੈ। ਹਰੀ ਪਰਿਪੂਰਨ ਪਰਮਾਤਮਾ ਜਿਉਂ ਕੀ ਸਾਧ ਸੰਗਤ ਦੇ ਵਿੱਚ ਮਿਲ ਬੈਠ ਕਰਕੇ ਪਰਿਪੂਰਨ ਪਰਮਾਤਮਾ ਦੇ ਗੁਣਾਂ ਨੂੰ ਗਾਣਾ। ਨਹੀਂ ਲੋੜ ਜੰਗਲਾਂ ਬੇਲਿਆਂ ਦੇ ਵਿੱਚ ਭਟਕਣ ਦੀ, ਨਹੀਂ ਲੋੜ ਅਜਿਹੇ ਕਠਿਨ ਸਾਧਨਾਵਾਂ ਸਾਧਣ ਦੀ, ਨਹੀਂ ਲੋੜ ਇੰਨਾ ਚਿਰ ਭੁੱਖ ਕੱਟਣ ਦੀ।
ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਉਹਨਾਂ ਕਰਮਾਂ ਵਿੱਚੋਂ ਸ੍ਰੇਸ਼ਟ ਕਰਮ ਕੀ ਹੈ ਪਾਤਸ਼ਾਹ? ਹਰੀ ਪਰਿਪੂਰਨ ਪਰਮਾਤਮਾ ਦੀ ਸਾਧ ਸੰਗਤ। ਮਾਲਕ ਸੱਚੇ ਪਾਤਸ਼ਾਹ ਜੀਓ ਕੀ ਸਾਧ ਸੰਗਤ, ਮਿਲ ਬੈਠ ਕਰਕੇ ਉਸ ਪਰਿਪੂਰਨ ਪਰਮਾਤਮਾ ਦੇ ਗੁਣਾਂ ਦਾ ਕੀਰਤਨ ਕਰਨਾ, ਉਸ ਪਰਿਪੂਰਨ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ। ਕਹੋ ਨਾਨਕ ਤਿਸ ਭਇਓ ਪਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਹਰੀ ਪਰਿਪੂਰਨ ਪਰਮਾਤਮਾ ਦਾ ਕੀਰਤਨ ਕਰਨਾ, ਉਹਦੇ ਜਸ ਉਹਦੇ ਗੁਣਾਂ ਨੂੰ ਗਾਉਣਾ। ਤੇ ਮਹਾਰਾਜ ਫਿਰ ਨਾਲ ਇਹ ਵੀ ਬਚਨ ਕਰਦੇ ਹਨ, ਹੇ ਭਾਈ ਇਹ ਉਹਨਾਂ ਨੂੰ ਹੀ ਪ੍ਰਾਪਤ ਹੋਇਆ ਜਿਸ ਪੁਰਬ ਲਿਖੇ ਕਾ ਲੈਣਾ, ਜਿਨ੍ਹਾਂ ਦੇ ਮਸਤਕ ਤੇ ਮਾਲਕ ਜੀਆਂ ਨੇ ਲੇਖ ਲਿਖ ਦਿੱਤਾ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਉਸੇ ਨੂੰ ਹੀ ਪ੍ਰਾਪਤ ਹੋਇਆ। ਤੇਰੋ ਸੇਵਕ ਇਹ ਰੰਗ ਮਾਤਾ। ਮੇਰੇ ਮਾਲਕ ਜੀ ਆਪ ਜੀ ਕਾ ਸੇਵਕ ਇਸੇ ਰੰਗ ਦੇ ਅੰਦਰ ਰਤਿਆ ਰਿਹਾ, ਇਸੇ ਰੰਗ ਦੇ ਅੰਦਰ ਆਪ ਜੀ ਕਾ ਸੇਵਕ। ਤੇਰੋ ਸੇਵਕ ਇਹ ਰੰਗ ਮਾਤਾ, ਇਸ ਰੰਗ ਦੇ ਅੰਦਰ ਆਪ ਜੀ ਕਾ ਸੇਵਕ ਜਨ ਜੁੜ ਗਿਆ, ਜਿਹਨੂੰ ਆਪ ਜੀਆਂ ਨੇ ਫਿਰ ਹੁਣ ਇਹ ਰੰਗ ਲਾ ਦਿੱਤਾ। ਇਹ ਹਰੀ ਪਰਿਪੂਰਨ ਪਰਮਾਤਮਾ ਜੀ, ਜਾਕੋ ਹਰ ਰੰਗ ਲਾਗੂ ਇਸ ਜੁਗ ਮੈਂ ਸੋ ਕਹੀਤ ਹੈ ਸੂਰਾ। ਜਾਂ ਫਿਰ ਜਿਸ ਨੂੰ ਤੁਸਾਂ ਨੇ ਇਹ ਲਾਲ ਰੰਗ ਇਸ ਕੋ ਲੱਗਾ, ਜਿਸ ਕੇ ਵਡ ਭਾਗਾ ਮੈਲਾ ਕਦੇ ਨਾ ਹੋਵਈ ਨਹਿ ਲਾਗੇ ਦਾਗਾ। ਤੇਰੋ ਸੇਵਕ ਇਹ ਰੰਗ ਮਾਤਾ, ਇਸ ਰੰਗ ਦੇ ਅੰਦਰ ਮਾਤਾ ਕਹੀਏ ਮਸਤ ਹੋ ਗਿਆ, ਮਾਤਾ ਕਹੀਏ ਜੁੜ ਗਿਆ। ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ। ਉਸ ਸੇਵਕ ਜਨ ਦਾ ਹਿਰਦਾ, ਉਸ ਸੇਵਕ ਜਨ ਦਾ ਅੰਦਰ ਭਇਓ ਕਿਰਪਾਲ। ਜਦੋਂ ਮਾਲਕ ਸੱਚੇ ਪਾਤਸ਼ਾਹ ਜੀ ਕਿਰਪਾਲ ਦਿਆਲੂ ਦੁਖ ਭੰਜਨ, ਦੁੱਖਾਂ ਨੂੰ ਦੂਰ ਕਰਨ ਵਾਲੇ ਮਾਲਕ ਸੱਚੇ ਪਾਤਸ਼ਾਹ ਜੀ ਦੀਨ ਦਿਆਲ ਪ੍ਰਸੰਨ ਹੋਏ। ਹਰ ਹਰ ਕੀਰਤਨ ਇਹੋ ਮਨ ਰਾਤਾ, ਉਸ ਸੇਵਕ ਜਨ ਦਾ ਹਿਰਦਾ, ਉਸ ਸੇਵਕ ਜਨ ਦਾ ਅੰਦਰ ਪਰਿਪੂਰਨ ਪਰਮਾਤਮਾ ਜੀ ਦੀ ਕੀਰਤੀ ਉਹਦੇ ਗੁਣਾਂ ਦੇ ਅੰਦਰ ਜੁੜਿਆ ਹੈ। ਉਹਦੇ ਕੀਰਤਨ ਦੇ ਅੰਦਰ, ਉਹਦੀ ਕੀਰਤੀ ਦੇ ਅੰਦਰ, ਉਹਦੇ ਜਸ ਦੇ ਅੰਦਰ ਜੁੜਿਆ ਹੈ। ਜੋ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਸਾਧ ਸੰਗਤ ਜੀਓ ਜਿਹੜਾ ਮਾਰਗ ਸਾਨੂੰ ਹੁਣ ਦਿੱਤਾ ਹੈ, ਸੰਸਾਰ ਦੇ ਅੰਦਰ ਵਿਚਰਦਿਆਂ ਹੋਇਆਂ, ਸੰਸਾਰ ਦੇ ਅੰਦਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਹੋਇਆਂ, ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਦਾਹਰਣ ਦਿੰਦੇ ਹਨ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੈ। ਭਾਈ ਜਿਸ ਤਰ੍ਹਾਂ ਪਾਣੀ ਦੇ ਅੰਦਰ ਮੁਰਗਾਬੀ ਤੈਰਦੀ ਹੈ, ਤੈਰਦੀ ਹੋਈ ਵੀ ਆਪਣਿਆਂ ਖੰਭਾਂ ਨੂੰ ਗਿੱਲਾ ਨਹੀਂ ਹੋਣ ਦਿੰਦੀ, ਤੈਰਦੀ ਹੋਈ ਉਹ ਇੱਕ ਪਾਸੇ ਤੋਂ ਦੂਸਰੇ ਪਾਸੇ ਚਲੀ ਜਾਂਦੀ ਹੈ। ਮਹਾਰਾਜ ਕਹਿੰਦੇ ਭਾਈ ਇਸੇ ਤਰ੍ਹਾਂ ਹੀ ਜੀਵ ਜਗਤ ਸੰਸਾਰ ਵਿੱਚ ਆਇਆ ਹੈ, ਜ਼ਿੰਮੇਵਾਰੀਆਂ ਨੂੰ ਨਿਭਾਉਣਾ ਹੈ। ਧੀਆਂ ਪੁੱਤਰਾਂ ਦੇ ਜਾਂ ਜੋ ਸੰਸਾਰ ਦੇ ਕਾਰਜ ਹਨ ਉਹਨਾਂ ਨੂੰ ਨਿਭਾਉਂਦਿਆਂ ਹੋਇਆਂ ਭਵ ਸਾਗਰ ਤੋਂ ਪਾਰ ਹੋਣਾ ਹੈ। ਉਹਨਾਂ ਸੰਸਾਰ ਦੇ ਅੰਦਰ ਵਿਚਰਨਾ, ਸੰਸਾਰ ਦੇ ਅੰਦਰ ਵਿਚਰਨਾ ਹੈ ਪਰ ਖਚਤ ਨਹੀਂ ਹੋਣਾ। ਇਹਨੇ ਨਾਲ ਮੋਹ ਦੀਆਂ ਤੰਦਾਂ ਹੋਰ ਬਰੀਕ ਨਹੀਂ ਪਾਉਣੀਆਂ। ਤੇਰੋ ਸੇਵਕ ਇਹੋ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ। ਸੰਸਾਰ ਦੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਕੇ ਨਹੀਂ, ਬਲਕਿ ਉਹਨਾਂ ਨੂੰ ਨਿਭਾਉਂਦਿਆਂ ਹੋਇਆਂ ਭਵ ਸਾਗਰ ਤੋਂ ਪਾਰ ਹੋਣਾ ਹੈ। ਇਹ ਹੈ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਮਤ। ਇਹ ਹੈ ਗੁਰੂ ਨਾਨਕ ਦੇਵ ਮਹਾਰਾਜ ਜੀਓ ਕੇ ਪਾਵਨ ਪਵਿੱਤਰ ਸਾਧ ਸੰਗਤ ਜੀਓ ਸ਼ਬਦ ਦੇ ਅੰਦਰ ਜਿਹੜੀ ਮਹਾਰਾਜ ਜੀਓ ਨੇ ਅੱਜ ਸਿੱਖਿਆ ਸਾਨੂੰ ਬਖਸ਼ਿਸ਼ ਕੀਤੀ ਹੈ। ਰਹਾਓ ਦੂਜਾ, ਰਹਾਓ ਜੋ ਦੂਸਰਾ ਪਦਾ ਹੈ, ਜੋ ਇਸ ਦੇ ਅੰਦਰ ਮਹਾਰਾਜ ਜੀਆਂ ਨੇ ਇਹਦਾ ਉੱਤਰ ਦਿੱਤਾ ਹੈ। ਪਿਆਰੇ ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਪਹਿਲਾਂ ਕਿਹਾ ਤੇਰੋ ਸੇਵਕ ਇਹੋ ਰੰਗ ਮਾਤਾ,
ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ। ਰਹਾਓ ਦੂਜਾ। ਇੱਥੇ ਹੀ ਸਾਧ ਸੰਗਤ ਜੀਓ ਪਾਵਨ ਪਵਿੱਤਰ ਮੁਬਾਰਕ ਬਚਨਾਂ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮਾਪਤੀ ਕੀਤੀ ਹੈ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ। ਜਿਸ ਗੁਰੂ ਪਿਤਾ ਜੀ ਦੀ ਗੋਦ ਵਿੱਚ ਮਿਲ ਬੈਠ ਕਰਕੇ ਹਰ ਜਸ ਕਥਾ ਕੀਰਤਨ ਕਰ ਰਹੇ ਹਾਂ, ਇਸ ਸਾਹਿਬ ਜੀਆਂ ਨੇ ਵੀ ਪਾਵਨ ਪਵਿੱਤਰ ਬਚਨ ਬਖਸ਼ਿਸ਼ ਕੀਤੇ। ਕਾਹੇ ਰੇ ਬਨ ਖੋਜਨ ਜਾਈ, ਕਾਹੇ ਰੇ ਬਨ ਖੋਜਨ ਜਾਈ, ਕਾਹੇ ਰੇ ਬਨ ਸਰਬ ਨਿਵਾਸੀ ਸਦਾ ਅਲੇਪਾ, ਸਰਬ ਨਿਵਾਸੀ ਸਦਾ ਅਲੇਪਾ, ਸਰਬ ਤੋਹੀ ਸੰਗ ਸਮਾਈ, ਤੋਹੀ ਸੰਗ ਸਮਾਈ, ਤੋਹੀ ਸੰਗ ਸਮਾਈ, ਤੋਹੀ ਸੰਗ, ਤੋਹੀ ਸੰਗ ਸਮਾਈ, ਤੋਹੀ ਸੰਗ ਸਮਾਈ, ਤੋਹੀ ਸੰਗ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਮਾਤ ਪਿਤਾ ਤੁਮਰੀ ਕਿਰਪਾ ਮਹਿ ਸੁਖ, ਕੋਇ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੈ ਸੂਤਰ ਤਾਰੀ, ਤੁਮ ਤੇ ਹੋਏ ਸੁਆਗਿਆ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ। ਬੋਲੋ ਜੀ ਵਾਹਿਗੁਰੂ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਉਤੀ ਜੀ ਸਹਾਈ। ਬਾਹਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ 10ਵੀਂ। ਪ੍ਰਥਮ ਭਗਉਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਈ। ਰੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਈ। ਅਰਜੁਨ ਹਰ ਗੋਬਿੰਦ ਨਾਉ ਸਿਮਰਾਉ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾ ਵੈਤਾਈ। ਸਭ ਥਾਈ ਹੋਏ ਸਹਾਈ। 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ। 10 ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਠ ਕੀਤਾ
ਤਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੇ ਕੇਸਾਂ ਸਵਾਸਾਂ ਨਾਲ ਨਿਵਾਹੇ, ਤਿਨਾਂ ਦੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖ਼ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ। ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਓ। ਆਪ ਜੀਆਂ ਦੇ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸੱਚਖੰਡ ਸੁੰਦਰ ਦੀਵਾਨ ਸਜੇ ਸਜੇ ਦੀਵਾਨਾਂ ਅੰਦਰ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ 6 ਪੌੜੀਆਂ ਆਨੰਦ ਸਾਹਿਬ ਜੀ ਦੇ ਗਾਇਨ ਉਪਰੰਤ ਅੱਜ ਦੇ ਪਾਵਨ ਮੁਖ ਵਾਕ ਦੀ ਵਿਚਾਰ ਹੋਈ। ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਹਾਂ ਵਾਸਤੇ ਸੋਧ ਸਪਸ਼ਟ ਗੁਰਬਾਣੀ ਉਚਾਰਨ ਕਰਨ ਦਾ, ਕਥਾ ਵਿਚਾਰਾਂ ਕਰਨ ਦਾ, ਸੇਵਾ ਕਰਨ ਦਾ, ਬਾਲ ਬੋਧ ਸੁਵਾਤ ਬਖਸ਼ਿਸ਼ ਕਰਨੀ। ਸੱਚੇ ਪਾਤਸ਼ਾਹ ਜੀਓ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ। ਆਪਣੇ ਦਰੋਂ ਘਰੋਂ ਸਿੱਖੀ ਸੇਦਕ ਭਰੋਸਾ ਨਾਮਦਾਨ ਬਖਸ਼ਣਾ, ਸ਼ੋਭ ਭਾਵਨਾਵਾਂ ਪੂਰੀਆਂ ਕਰਨੀਆਂ, ਯਾਤਰਾ ਸਫਲੀ ਕਰਨੀ। ਪੜੀ ਸੁਣੀ ਗੁਰਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾਵਣਾ ਜੀ। ਸਭਨਾ ਘਰਾਂ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਮੇਲ ਇਤਫਾਕ ਬਖਸ਼ਣਾ, ਕਾਰੋਬਾਰਾਂ ਵਿੱਚ ਵਾਧੇ ਬਖਸ਼ਣੇ, ਆਪ ਜੀ ਦੇ ਚਰਨਾਂ ਦੀ ਪ੍ਰਤੀਤ ਪ੍ਰੀਤ ਬਖਸ਼ਣੀ, ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਬਖਸ਼ੇ ਭੰਡਾਰਿਆਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਰੋ ਕਿਰਪਾ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਬਖਸ਼ ਕੇ ਨਿਹਾਲ ਕਰੋ।
ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨਾ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰਿਆ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ ਬੋਲੇ ਸੋਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸ਼ੋਭਾ ਚਿੰਤਾ ਲਾਹੇ ਹਮਾਰੀ। ਅਵਰ ਨਾ ਸੂਝਾ ਦੂਜੀ ਠਾਹਰ ਹਾਰ ਪਰਿਓ ਤੋ ਦੁਆਰੀ। ਲੇਖਾ ਛੋੜਿਆ ਲੇਖਾ ਛੂਟੈ ਹਮ ਨਿਰਗੁਣ ਲੇਹੋ ਉਬਾਰੀ। ਸਦ ਬਖਸ਼ਿੰਦ ਸਦਾ ਮਿਹਰਵਾਨਾ ਸਭਨਾ ਦੇ ਅਦਾਰੀ। ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਇਹੋ ਬਾਰੀ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸ਼ਰਨਾਏ। ਨਾਨਕ ਕੀ ਪ੍ਰਭ ਬੇਨ ਆਪਣੀ ਭਗਤੀ ਲਾਇ ਸੁਖ ਟਲ। ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਦੀ ਨੂਰ ਅਰਸੋ ਗੁਰ ਤੁਧ ਡਿਠੇ ਸੱਚੇ ਪਾਤਸ਼ਾਹ ਨਾਲ ਜਨਮ ਜਨਮ ਦੀ ਕਟਿਆ। ਸੱਜਣ ਸੱਚਾ ਸਿਰ ਸਾਹਾਂ ਦਾ ਜਿਸ ਪਾਸ ਸਭਨਾ ਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ ਘਰ ਦੂਜਾ। ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਾਠ ਪੜਿਓ ਅਰ ਬੀਦ ਵਿਚਾਰਿਓ ਨਿਵਲ ਭੁਯੰਗਮ ਸਾਧੇ। ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਦਕ ਅਹੰ ਬੁੱਧ ਬਾਦੇ। ਪਾਠ ਪੜਿਓ ਅਰ ਬੀਦ ਵਿਚਾਰਿਓ ਨਿਵਲ ਭੁਯੰਗਮ ਸਾਧੇ।
ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਦਿਕੋ ਅਹੰ ਬੁੱਧ ਬਾਦੇ ਪਿਆਰੇ ਇਨ ਬਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕਾ ਦੁਆਰਾ ਦੀਜਾ ਬੁੱਧ ਬਿਬੇਕਾ ਰਹਾਉ ਮੋਣ ਪਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕਾ ਨਾਹੀ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰ ਵਤ ਤਰਾਏ ਮਨ ਕੀ ਮੈਲ ਨਾ ਉਤਰੈ ਇਹ ਬਿਦ ਜੇ ਲਖ ਯਤਨ ਕਰਾਏ ਕਨਕ ਕਾਮਨੀ ਹੈ ਵਰ ਗੈਵਰ ਬਹੁ ਬਿਦ ਦਾਨ ਦਾਤਾਰਾ ਅੰਨ ਵਸਤਰ ਭੂਮ ਬਹੁ ਅਰਪੇ ਨਹਿ ਮਿਲਿਆ ਹਰ ਦੁਆਰਾ ਪੂਜਾ ਅਰਚਾ ਬੰਧਨ ਡੰਡੋਤ ਖਟ ਕਰਮਾ ਰਤ ਰਹਤਾ ਹਾਂ ਕਰਤ ਬੰਧਨ ਮੈਂ ਪਰਿਆ ਨਹਿ ਮਿਲਿਆ ਇਹ ਜੁਗਤਾ ਜੋਗ ਸਿੱਧ ਆਸਨ 84 ਏ ਭੀ ਕਰ ਕਰ ਰਹਾ ਵੱਡੀ ਆਰਜਾ ਫਿਰ ਜਨਮ ਹਰ ਸਿਉ ਸੰਗ ਨਾ ਗਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਨੀ ਚੰਦਨ ਚੂਆ ਨਰਕ ਕੂਰ ਕਾ ਦੁਆਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕਾ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ ਤੇਰੋ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਭੰਜਣਾ ਹਰ ਹਰ ਕੀਰਤਨ ਇਹੋ ਮਨ ਰਾਤਾ ਤੇਰੋ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਭੰਜਣਾ ਹਰ ਹਰ ਕੀਰਤਨ ਇਹੋ ਮਨ ਰਾਤਾ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪੋ ਸਤ ਗੁਰੂ ਵਾਹਿਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਜਪੋ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਨਾਮ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ 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 ਗੁਰੂ ਗੁਰੂ हे प्राणनाथ गोविंद हे कृपा निधान जगत गुरु हे संसार ताप हरने करुणा में सब दुख हरो हे शरण जोग दयाले दीनानाथ दीनानाथ माया करो शरीर स्वस्थ कीन समय सिमरंत नानक राम दामोदर माधवे निमणिया के मान गुरु निताणिया के तान न्योटिया की ओट गुरु न्यासिया के आसरा तन तन गुरु ग्रंथ साहिब जी महाराज धन धन गुरु तेग बहादुर साहिब जी महाराज आनंद गुणी निधान गुरु गरीब निवाज गरीब निवाज गरीब तुम साच त्यावो मुगद मना तुम सच त्यावो मुगद मना तुम सच त्यावो मुगद मना तुम साच त्यावो मुगद मना तुम सच त्यावो मुगद मना ता सुख पावो मेरे मना ता सुख पावो मेरे मना तुम सच त्यावो मुगद मना तुम सच त्यावो मुगद मना बनस्पत मौली चढ़िया बसंत
ਬਨਸਪਤ ਮੌਲੀ ਛੜਿਆ ਬਸੰਤ, ਬਨਸਪਤ ਮੌਲੀ ਛੜਿਆ ਬਸੰਤ। ਇਹ ਮਨ ਮੋਲਿਆ ਸਤਿਗੁਰ ਸੰਗ, ਇਹ ਮਨ ਮੋਲਿਆ ਸਤਿਗੁਰ ਸੰਗ, ਇਹ ਮਨ ਮੌਲਿਆ ਸਤਿਗੁਰ ਸੰਗ, ਇਹ ਮਨ ਮੌਲਿਆ ਸਤਿਗੁਰ ਸੰਗ। ਤੁਮ ਸਚ ਧਿਆਵੋ ਮੁਕਤ ਮਨਾ, ਤੁਮ ਸਚ ਧਿਆਵੋ ਮੁਕਤ ਮਨਾ। ਤਾਂ ਸੁਖ ਪਾਵੋ ਮੇਰੇ ਮਨਾ, ਤਾਂ ਸੁਖ ਪਾਵੋ ਮੇਰੇ ਮਨਾ। ਤੁਮ ਸਚ ਧਿਆਵੋ ਮੁਕਤ ਮਨਾ, ਤੁਮ ਸਚ ਧਿਆਵੋ ਮੁਕਤ ਮਨਾ। ਇਤ ਮਨ ਮੋਲਿਐ ਭਇਆ ਆਨੰਦ, ਇਤ ਮਨ ਮੋਲਿਐ ਇਤ ਮਨ ਮੋਲਿਐ ਭਇਆ ਆਨੰਦ। ਅੰਮ੍ਰਿਤ ਫਲ ਪਾਇਆ ਨਾਮ ਗੋਬਿੰਦ, ਨਾਮ ਗੋਬਿੰਦ। ਇਤ ਮਨ ਮੋਲਿਐ ਭਇਆ ਆਨੰਦ, ਇਤ ਮਨ ਮੋਲਿਐ ਭਇਆ ਆਨੰਦ। ਅੰਮ੍ਰਿਤ ਫਲ ਪਾਇਆ ਨਾਮ ਗੋਬਿੰਦ, ਅੰਮ੍ਰਿਤ ਫਲ ਪਾਇਆ ਨਾਮ ਗੋਬਿੰਦ, ਅੰਮ੍ਰਿਤ ਫਲ ਪਾਇਆ ਨਾਮ ਗੋਬਿੰਦ, ਅੰਮ੍ਰਿਤ ਫਲ ਪਾਇਆ ਨਾਮ ਗੋਬਿੰਦ। ਤੁਮ ਸਚ ਧਿਆਵੋ ਮੁਕਤ ਮਨਾ, ਤੁਮ ਸਚ ਧਿਆਵੋ ਮੁਕਤ ਮਨਾ। ਤਾਂ ਸੁਖ ਪਾਵੋ ਮੇਰੇ ਮਨਾ, ਤਾਂ ਸੁਖ ਪਾਵੋ ਮੇਰੇ ਮਨਾ। ਤੁਮ ਸਚ ਧਿਆਵੋ ਮੁਕਤ ਮਨਾ, ਤੁਮ ਸਚ ਧਿਆਵੋ ਮੁਕਤ ਮਨਾ। ਏਕੋ ਏਕ ਸਭ ਆਖ ਵਖਾਣੈ, ਏਕੋ ਏਕ ਸਭ ਆਖ ਵਖਾਣੈ। ਸਭ ਆਖ ਵਖਾਣੈ, ਆਖ ਵਖਾਣੈ। ਦੇਖੋ ਏਕ ਸਭ ਆਖ ਵਖਾਣੈ।